पंकज बंदन सिमरो अंगद दुख निकंदन। गुरु अमरदास जी हृदय नित त्यावो हृदय नित त्यावो। श्री गुरु रामदास गुण गावो। श्री अर्जन बिघ्नन के नाशक बिघ्नन के नाशक। हर गोबिंद शुभ सुमत प्रकाशक। श्री हर राय जी नमो कर जोरी नमो कर जोरी। श्री हर कृष्ण मनावो बहोरी। गुरु तेग बहादुर साहिब जी परम कृपाला जी परम कृपाला। श्री गुरु गोबिंद सिंह विशाला। धरों धरा पर पुन पुन सीसा जी पुन पुन सीसा। नंदों बार बार जगदीसा। जा मैं अमृत ज्ञान है मान के भगत बैराग। श्री गुरु ग्रंथ साहिब उदद बंदों करे अनुराग। एक ओंकारा सतगुरु ते प्रसाद सच होए। वाहिगुरु जी की फतेह है। विघ्न विनाशन सोए। डिठे मन तीरिय किल विख भंजन दूरे। सो क्यों विसरै माओ मैं जो रहा भरपूरे। सो क्यों विसरै माओ मैं जो रहा भरपूरे। सतनाम श्री वाहिगुरु साहिब जी। सुन माधो पुन बाक बखाने। तहाँ भगत को विपुरन जाने। कर्म कांड में सो लपटाए। नह उपासना मन मह ल्याए। परम सन्मान और साहिब कमाल बारगाहे इनायत के मालक कलयुगी जीवों के उद्धार करता साहिबे सहाबा जोत रूप हर आप। महिमा दे मालक धन धन गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत। गुरुदेव जी की महान इनायत का सदका साढ़े सारियां दे सिर ते मेहरमतमई रखे हथ का सदका जीवन का अज का दिन भी प्राप्त होया। और इस नवे दिन की जो नवे जन्म समान है ये शाम अजीज़ुल नवाज गनीमुल खराज पातशाह
ਕਾਦਰੇ ਹਰ ਕਾਰ ਬੇਕਸਾਂ ਰਾ ਯਾਰ ਸਾਹਿਬ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਬਾਰਕ ਚਰਨ ਕਮਲਾਂ 'ਚ ਪ੍ਰਾਪਤ ਹੋਇਆ। ਸਤਿਗੁਰੂ ਜੀ ਦੇ ਮਹਾਨ ਬਖਸ਼ਿਸ਼ ਸਦਕਾ ਸੋਦਰ ਚੌਂਕੀ ਦੇ ਗਾਇਨ, ਫਿਰ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤਾ ਜੀ ਕੇ ਗਾਇਨ, ਅਰਦਾਸਾਂ, ਬੇਨਤੀਆਂ, ਜੋਦੜੀਆਂ, ਫਿਰ ਮਹਾਰਾਜ ਜੀ ਦੇ ਹੁਕਮਨਾਮੇ ਆਪ ਜੀ ਨੇ ਝੋਲੀ 'ਚ ਪਵਾਏ ਨੇ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਜੀਵਨੀ, ਮਹਾਨ ਗੁਰਸਿੱਖਾਂ ਦੇ ਸਵਾਲ ਤੇ ਉਹਨਾਂ ਮਹਾਨ ਸਵਾਲਾਂ ਦੇ ਪ੍ਰਤੱਖ ਹਰ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਜਵਾਬ, ਇਹਨਾਂ ਸਾਰਿਆਂ ਨੂੰ ਆਪ ਲਗਾਤਾਰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਕੁਝ ਸਮਾਂ ਹੋਰ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨਾ ਹੋ ਸਕੇ, ਇਸ ਲਈ ਆਪ ਜਿਤਨੇ ਦੂਰ ਦਰਾਜ਼ ਵੀ ਬੈਠੇ ਘਰਾਂ 'ਚ ਹਾਜ਼ਰੀਆਂ ਭਰ ਰਹੇ ਹੋ, ਮਹਾਰਾਜ ਜੀ ਦੇ ਚਰਨ ਪਰਸ ਰਹੇ ਹੋ। ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਹੋਇਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਕਿ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਸਰਵਣ ਕੀਤਾ ਕਿ ਮਹਾਰਾਜ ਵਿਸ਼ਾਲ ਸਮਾਗਮ ਵਿੱਚ ਬੈਠੇ ਸਨ। ਦੂਰ ਦਰਾਜ਼ ਦਿਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚੀਆਂ ਸਨ। ਜਦੋਂ ਬਹੁਤ ਵੱਡੇ ਇਲਾਕੇ ਵਿੱਚ ਭਾਰਤ ਸੀ, ਸਾਰਾ ਬਰਮਾ ਸਾਡੇ ਨਾਲ ਸੀ, ਬ੍ਰਹਮ ਦੇਸ਼ ਇਸ ਨੂੰ ਕਹਿੰਦੇ ਸਨ, ਅੱਜ ਕੱਲ੍ਹ ਮਾਇਨਮਾਰ ਕਹਿੰਦੇ ਨੇ। ਸਾਰਾ ਅਫਗਾਨਿਸਤਾਨ ਤੱਕ ਦੀਆਂ ਸੀਮਾਵਾਂ, ਸਾਰਾ ਬੰਗਲਾਦੇਸ਼ ਸਾਡੇ ਨਾਲ, ਸਾਰਾ ਪਾਕਿਸਤਾਨ ਸਾਡੇ ਨਾਲ ਸੀ। ਉਸ ਅਵਿਭਾਜਿਤ ਭਾਰਤ ਤੋਂ ਦੂਰ ਦਰਾਜ਼ ਦਿਆਂ ਦੇਸ਼ਾਂ ਤੋਂ ਸੰਗਤਾਂ ਪਹੁੰਚੀਆਂ। ਮਹਾਰਾਜ ਜੀ ਨਾਲ ਵਿਚਾਰ ਚੱਲਿਆ ਬਈ ਦੱਸੋ ਕਿਸ ਪਾਸੇ ਸਿੱਖੀ ਸਭ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਵਿਚਾਰ ਚੱਲਦਿਆਂ ਚੱਲਦਿਆਂ ਕੁਝ ਸਿੱਖਾਂ ਨੇ ਸਵਾਲ ਕੀਤਾ ਵੀ ਕਸ਼ਮੀਰ ਵਿੱਚ ਜੋ ਸ਼੍ਰੀਨਗਰ ਆਦਿਕ ਇਲਾਕਾ ਹੈ, ਉੱਥੇ ਕੁਝ ਬ੍ਰਾਹਮਣ ਜੋ ਸੰਸਕ੍ਰਿਤ ਨੂੰ ਦੇਵ ਭਾਸ਼ਾ ਮੰਨਦੇ ਨੇ, ਉਹ ਗੁਰੂ ਕੀ ਬਾਣੀ ਜੋ ਭਾਖਾ ਵਿੱਚ ਹੈ ਇਸ ਦਾ ਵਿਰੋਧ ਕਰਦੇ ਹਨ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਭਾਖਾ ਸਰਲ ਭਾਸ਼ਾ ਵਿੱਚ ਬਾਣੀ ਦਰਜ ਕੀਤੀ ਹੈ ਤਾਂ ਕਿ ਹਰ ਇੱਕ ਨੂੰ ਸੌਖਾ ਸਮਝ ਵਿੱਚ ਆ ਜਾਏ। ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ। ਸਰਲ ਭਾਸ਼ਾ ਵਿੱਚ ਕਹਿ ਦੇਣਾ, ਜਿਵੇਂ ਵਾਲਮੀਕੀ ਰਾਮਾਇਣ ਨੂੰ ਗੋਸਵਾਮੀ ਤੁਲਸੀ ਜੀ ਨੇ ਆਮ ਸਰਲ ਭਾਸ਼ਾ ਵਿੱਚ ਕਰ ਦਿੱਤਾ ਤਾਂ ਕਿ ਸਮਝ ਵਿੱਚ ਆ ਜਾਏ। ਸਾਰਿਆਂ ਲਈ ਉਹ ਮਹਿੰਗੀ ਜ਼ਬਾਨ ਸਮਝਣੀ ਔਖੀ ਹੈ, ਪਰ ਜਿਹੜੇ ਉਸ ਭਾਸ਼ਾ ਨੂੰ ਦੇਵ ਭਾਸ਼ਾ ਸਮਝਦੇ ਸਨ,
ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਹਰ ਮਨੁੱਖ ਨੂੰ ਜਿਵੇਂ ਆਪਣੀ ਮਾਂ ਨੂੰ ਸਨਮਾਨ ਦੇਣ ਦਾ ਹੱਕ ਹੈ ਉਹ ਦੇ ਸਕਦਾ ਹੈ, ਇਸੇ ਤਰ੍ਹਾਂ ਆਪਣੀ ਭਾਸ਼ਾ ਨੂੰ ਵੀ ਉਹ ਸਨਮਾਨ ਦਿੰਦਾ, ਦੇਣਾ ਚਾਹੀਦਾ। ਪਰ ਜਿੱਥੇ ਸਾਡੀ ਆਪਣੀ ਮਾਤ ਭਾਸ਼ਾ ਸਨਮਾਨਯੋਗ ਹੈ, ਅਸੀਂ ਸਨਮਾਨ ਕਰਦੇ ਹਾਂ। ਇਹਦਾ ਇਹ ਮਤਲਬ ਨਹੀਂ ਬਈ ਕਿਸੇ ਦੂਜੇ ਦੀ ਭਾਸ਼ਾ ਦਾ ਅਪਮਾਨ ਕਰੋ, ਉਸ ਦਾ ਦਿਲ ਦੁਖਾਓ, ਦਿਲ ਸਿਕਣੀ ਕਰੋ। ਬੜਾ ਵੱਡਾ ਗੁਨਾਹ ਹੋ ਜਾਂਦਾ ਹੈ ਜਦ ਅਸੀਂ ਦੂਜੇ ਦਾ ਹਿਰਦਾ ਦੁਖਾ ਦਿੰਦੇ ਹਾਂ। ਬੜੇ ਸੋਹਣੇ ਦੋ ਬੋਲ ਈਰਾਨ ਦੇ ਪ੍ਰਸਿੱਧ ਸੰਤ ਜਨਾਬ ਸ਼ੇਖ ਸਾਦੀ ਜੀ ਨੇ ਆਖੇ। ਉਹ ਕਹਿੰਦੇ ਨੇ, ਮੈਂ ਖਰੋ ਮੁਸਹਬ ਸੋਜ਼ੋ ਆਤਿਸ਼ ਅੰਦਰ ਕਾਬਾ ਜਨ, ਹਰ ਚੇ ਖਵਾਹੀ ਕੁਨ ਵਲੇ ਦਿਲ ਅਜਾਰੀ ਮਾ ਕੁਨ। ਉਹ ਆਪਣੇ ਢੰਗ ਨਾਲ ਕਹਿੰਦਾ ਹੈ, ਜੇ ਤੂੰ ਸ਼ਰਾਬ ਕਦੀ ਨਹੀਂ ਪੀਤੀ ਤਾਂ ਪੀ ਲੈ। ਇਹ ਗੁਨਾਹ ਪਰਮਾਤਮਾ ਦੇ ਘਰ ਹੋ ਸਕਦਾ, ਮਾਫ ਹੋ ਜਾਏ। ਜੇ ਕਦੀ ਤੂੰ ਮੰਦਰ ਮਸਜਿਦ ਨੂੰ ਅੱਗ ਨਹੀਂ ਲਗਾਈ, ਸਾੜਿਆ ਨਹੀਂ, ਗਿਰਾਇਆ ਨਹੀਂ, ਤੇ ਗਿਰਾ ਲੈ, ਸਾੜ ਲੈ, ਹੋ ਸਕਦਾ ਹੈ ਇਹ ਗੁਨਾਹੇ ਅਜ਼ੀਮ ਵੀ ਮਾਫ ਹੋ ਜਾਏ। ਪਰ ਵੇਖੀ ਮਿੱਤਰਾ, ਕਦੀ ਕਿਸੇ ਦਾ ਦਿਲ ਨਾ ਦੁਖਾਈ। ਜੇ ਦਿਲ ਸਿਕਣੀ ਕਰੇਗਾ ਇਹ ਮਾਫ ਨਹੀਂ ਹੋਣਾ। ਮੰਦਰ ਢਾ ਦੇ, ਮਸਜਿਦ ਢਾ ਦੇ ਜੋ ਕੁਝ ਢਹਿੰਦਾ, ਪਰ ਹਿਰਦਾ ਕਿਸੇ ਦਾ ਵੀ ਨਾ ਢਾਵੀਂ। ਹਰ ਹਿਰਦੇ ਹਰੀ ਰਹਿੰਦਾ, ਪਰਮਾਤਮਾ ਦਾ ਨਿਵਾਸ ਹੈ। ਦੂਰ ਕਿਉਂ ਜਾਈਏ। ਬਾਬਾ ਫਰੀਦ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਚ ਬਿਰਾਜ ਕੇ ਫਰਮਾਨ ਕਰਦੇ ਪਏ ਨੇ। ਕਹਿੰਦੇ ਨੇ, ਸਭਨਾ ਮਨ ਮਾਣਕ ਠਾਹਣ ਮੂਲ ਮਚਾਗਵਾਂ, ਜੋ ਤੋ ਪ੍ਰਿਆ ਦੀ ਸਿੱਖ ਹਿਆਉ ਨ ਠਾਹੈ ਕਹੀਂਦਾ। ਪੁਰਖਾ ਕਿਸੇ ਦਾ ਵੀ ਹਿਰਦਾ ਦੁਖਾਉਣਾ ਮੂਲੋਂ ਹੀ ਮਨਾ ਹੈ। ਠਾਹਣ ਮੂਲ ਮਚਾਗਵਾਂ, ਜੋ ਤੋ ਪ੍ਰਿਆ ਦੀ ਸਿੱਖ। ਜੇ ਤੇਰੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਮਿਲਣ ਦੀ ਕਸ਼ਿਸ਼ ਹੈਗੀ ਹੈ, ਤੂੰ ਮਿਲਣ ਦਾ ਖਿਆਲ ਰੱਖਦਾ ਹੈ, ਮਿਲਣ ਦਾ ਚਾਅ ਤੈਨੂੰ ਹੈ, ਫਿਰ ਦੇਖੀ ਕਿਸੇ ਦਾ ਹਿਰਦਾ ਨਾ ਦੁਖਾਵੀਂ। ਇਹ ਪਰਮਾਤਮਾ ਬਰਦਾਸ਼ਤ ਨਹੀਂ ਕਰਦਾ। ਉਹ ਸ਼ੇਖ ਸਾਦੀ ਦੇ ਕਹਿਣ ਦਾ ਢੰਗ ਹੈਗਾ, ਕਿਉਂਕਿ ਜਿਹੜਾ ਦਿਲ ਨਹੀਂ ਦੁਖਾਏਗਾ ਉਹ ਮਸਜਿਦ ਕਿਉਂ ਗਿਰਾਏਗਾ, ਉਹ ਮੰਦਰ ਕਿਉਂ ਸਾੜੇਗਾ, ਉਹ ਮੈਂ ਖੋਰੀ ਕਿਉਂ ਕਰੇਗਾ। ਜੋ ਦਿਲ ਨਹੀਂ ਦੁਖਾਣਾ ਚਾਹੁੰਦਾ ਉਹ ਲੈ ਕੇ ਇੱਥੇ ਹੀ ਜਾਣਾ ਚਾਹੁੰਦੇ। ਇਸ ਲਈ ਸਭ ਦੀ ਭਾਸ਼ਾ ਸਨਮਾਨਯੋਗ ਹੈ, ਪਰ ਦੂਜੇ ਦੀ ਭਾਸ਼ਾ ਦਾ ਅਪਮਾਨ ਕਰਨਾ, ਇਸ ਨੂੰ ਪਾਰ ਬ੍ਰਹਮ ਪਰਮੇਸ਼ਰ ਮਾਫ ਨਹੀਂ ਕਰਦਾ। ਇਸ ਲਈ ਕੁਝ ਲੋਕ ਹਨ ਜੋ ਮੇਰੀ ਭਾਸ਼ਾ ਚੰਗੀ, ਮੇਰੀ ਭਾਸ਼ਾ ਚੰਗੀ। ਭਾਸ਼ਾ ਸਭ ਦੀਆਂ ਹੀ ਚੰਗੀਆਂ ਨੇ। ਭਾਸ਼ਾ ਇੱਕ ਸੰਪਰਕ ਸੇਤੂ ਹੈ। ਬਹੁਤ ਵੱਡਾ ਦਰਿਆ ਹੈ ਭਰਿਆ ਹੋਇਆ, ਤੁਗਿਆਨੀ 'ਤੇ ਆਇਆ ਹੋਇਆ, ਉਹ ਅਬੂਰ ਕਰਨਾ ਔਖਾ ਹੈ। ਅਤੇ ਜੇ ਪੁਲ ਹੋਵੇ ਤਾਂ ਉਸ ਤੋਂ ਲੰਘ ਜਾਓ ਤਾਂ ਪੈਰ ਵੀ ਗਿੱਲਾ ਨਹੀਂ ਹੁੰਦਾ। ਇਸ ਲਈ ਸਾਰੇ ਸੰਸਾਰ ਨੂੰ ਭਾਸ਼ਾ ਨੇ ਜੋੜਿਆ ਹੈ। ਜੇ ਭਾਸ਼ਾ ਹੀ ਸਮਝ ਨਾ ਆਵੇ, ਜੋੜ ਮੇਲ ਕਿਵੇਂ ਬਣੇਗਾ? ਬੜੀ ਮੁਸ਼ਕਿਲ ਜੋੜ ਮੇਲ ਬਣੇਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਦਫਾ ਮਾਸਕੋ ਏਅਰਪੋਰਟ 'ਤੇ ਮੈਂ ਬੈਠਾ ਸੀ ਅਤੇ ਐਰੋਫਲੋਟ ਏਅਰਲਾਈਨ 'ਤੇ ਗਿਆ ਸੀ। ਉੱਥੇ ਕੋਈ 5-7 ਘੰਟੇ ਦਾ ਸਟਾਪ ਸੀ, ਹੋਰ ਜਹਾਜ਼ ਲੇਟ ਹੋ ਗਿਆ। ਉਹਨਾਂ ਨੇ ਮੈਨੂੰ ਕੂਪਨ ਦਿੱਤਾ, ਕਿਹਾ ਬ੍ਰੇਕਫਾਸਟ ਕਰ ਲਓ। ਜਿੱਥੇ ਉਹਨਾਂ ਨੇ ਦੱਸਿਆ ਸੀ ਮੈਂ ਉੱਥੇ ਜਾ ਕੇ ਬੈਠ ਗਿਆ।
ਉਹ ਕੂਪਨ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ 1 ਇੰਚ ਦਾ ਆਲੂ ਜਿਹੜਾ ਹੁੰਦਾ ਨਾ, ਇਤਨਾ ਵੱਡਾ ਆਲੂ ਤੇ ਨਾਲ ਸਫੈਦ ਨਮਕ ਉਹ ਪਲੇਟ 'ਚ ਪਾ ਕੇ ਤੇ ਕੋਲਿਆਂ ਤੇ ਅੱਗ 'ਤੇ ਭੁੱਜਿਆ ਹੋਇਆ ਆਲੂ ਮੇਰੇ ਸਾਹਮਣੇ ਰੱਖ ਦਿੱਤਾ। ਮੈਂ ਸੋਚਦਾ ਰਿਹਾ ਬੈਠ ਕੇ, ਮੈਂ ਕਿਹਾ ਬਈ ਇਹ ਸ਼ਾਇਦ ਸਲਾਦ ਦੇ ਗਏ ਨੇ, ਨਾਸ਼ਤਾ ਬਾਅਦ ਵਿੱਚ ਲਿਆਉਣਾ। ਭਾਸ਼ਾ ਮੈਨੂੰ ਆਉਂਦੀ ਨਹੀਂ ਸੀ। ਮੈਂ ਉਸ ਨੂੰ ਅੰਗਰੇਜ਼ੀ 'ਚ ਕਹਿਣ ਦਾ ਯਤਨ ਕੀਤਾ। ਮੈਂ ਕਿਹਾ ਵੇਅਰ ਇਜ਼ ਦਾ ਬ੍ਰੇਕਫਾਸਟ। ਉਸ ਨੂੰ ਸ਼ਾਇਦ ਅੰਗਰੇਜ਼ੀ ਨਹੀਂ ਆਉਂਦੀ ਸੀ। ਉਹ ਜਿਹੜਾ ਆਲੂ ਮੇਰੇ ਅੱਗੇ ਰੱਖਿਆ ਸੀ ਉਹ ਵੀ ਚੁੱਕ ਕੇ ਲੈ ਗਏ। ਉਹਨੇ ਸੋਚਿਆ ਵੀ ਖੁਰੇ ਕਹਿੰਦਾ ਵੀ ਮੈਂ ਇਹ ਨਹੀਂ ਖਾਣਾ, ਉਹ ਵੀ ਚੁੱਕ ਕੇ ਲੈ ਗਏ। ਭਾਸ਼ਾ ਨਾ ਸਮਝ ਆਉਂਦੀ ਹੋਵੇ ਤੇ ਸੰਪਰਕ ਨਹੀਂ ਬਣ ਸਕਦਾ। ਤੁਸੀਂ ਕੁਝ ਹੋਰ ਆਖੋਗੇ, ਉਹ ਕੁਝ ਹੋਰ ਸਮਝੇਗਾ। ਮੈਂ ਜਿਸ ਨੂੰ ਸੁਣਾਈ ਇਹ ਗੱਲ ਬੜਾ ਹੱਸਿਆ ਕਿ ਇਹ ਤਾਂ ਲਤੀਫਾ ਹੀ ਬਣ ਗਿਆ। ਤੁਸੀਂ ਨਾਸ਼ਤਾ ਮੰਗਿਆ, ਉਹ ਆਲੂ ਵੀ ਚੁੱਕ ਕੇ ਲੈ ਗਏ। ਜਿੱਥੇ ਭਾਸ਼ਾ ਨਾ ਸਮਝ ਆਵੇ ਉੱਥੇ ਕੋਈ ਸੰਪਰਕ ਬਣ ਨਹੀਂ ਸਕਦਾ, ਕਾਰੋਬਾਰ ਚੱਲ ਨਹੀਂ ਸਕਦਾ, ਮੇਲ ਮਿਲਾਪ ਹੋ ਨਹੀਂ ਸਕਦਾ। ਤੇ ਜਿਸ ਕਰਕੇ ਸਾਡਾ ਕਾਰੋਬਾਰ ਚੱਲੇ, ਸੰਸਾਰ ਚੱਲੇ ਤੇ ਉਹ ਆਲੂ ਬਚ ਜਾਏ, ਉਹ ਭਾਸ਼ਾ ਸਨਮਾਨਯੋਗ ਹੈ, ਜਿਹੜੀ ਮਰਜ਼ੀ ਹੋਵੇ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਸਾਰੀਆਂ ਹੀ ਭਾਸ਼ਾ ਬੋਲਣ ਵਾਲੇ ਸਿੱਖ ਮੌਜੂਦ। ਕੋਈ ਗੁਜਰਾਤ ਤੋਂ ਆਇਆ 5 ਪਿਆਰਿਆਂ ਵਿੱਚ, ਉਹ ਗੁਜਰਾਤੀ ਬੋਲਦਾ ਹੋਵੇਗਾ ਕਿਉਂਕਿ ਉੱਥੋਂ ਦਾ ਜੰਮਪਲ ਸੀ। ਕੋਈ ਉੜੀਸਾ ਤੋਂ ਆਇਆ ਜਗਨਨਾਥਪੁਰੀ ਤੋਂ, ਉੜੀਆ ਬੋਲਦਾ ਹੋਵੇਗਾ ਕਿਉਂਕਿ ਉੱਥੋਂ ਦਾ ਜੰਮਪਲ ਸੀ। ਇਸ ਤਰ੍ਹਾਂ ਵੱਖ-ਵੱਖ ਭਾਸ਼ਾ ਬੋਲਣ ਵਾਲੇ ਲੋਕ ਜਿਹੜੇ ਜਗਨਨਾਥਪੁਰੀ ਤੋਂ ਆਏ, ਉਹ ਆਪਣੀ ਭਾਸ਼ਾ ਬੋਲਦੇ ਸਨ। ਪਰ ਸਾਰਿਆਂ ਦੇ ਮਨ ਵਿੱਚ ਸ੍ਰੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਸਤਿਕਾਰ ਸੀ। ਇਹ ਕਦੀ ਬਦਕਿਸਮਤੀ ਹੁੰਦੀ ਹੈ ਜਦੋਂ ਅਸੀਂ ਕਹਿ ਦਿੰਦੇ ਹਾਂ ਵੀ ਫਲਾਣਾ ਬਿਹਾਰੀ ਸਿੱਖ ਹੈ, ਫਲਾਣਾ ਨਾਂਦੇੜ ਦਾ ਰਹਿਣ ਵਾਲਾ ਮਹਾਰਾਸ਼ਟਰੀਅਨ ਸਿੱਖ ਹੈ, ਦੱਖਣੀ ਸਿੱਖ ਹੈ। ਸਿੱਖ ਦਾ ਰਿਸ਼ਤਾ ਸਿੱਖ ਦੇ ਨਾਲ ਤਾਂ ਹੀ ਬਣਦਾ ਹੈ ਜੇ ਉਹ ਸਮਝੇ ਕਿ ਗੁਰੂ ਦਾ ਸਿੱਖ ਹੈ। ਇਲਾਕੇ ਦਾ ਕੋਈ ਸਿੱਖ ਨਹੀਂ ਆਉਂਦਾ, ਨਾ ਕੋਈ ਬਿਹਾਰ ਦਾ ਸਿੱਖ, ਨਾ ਕੋਈ ਬੰਗਾਲ ਦਾ ਸਿੱਖ, ਨਾ ਕੋਈ ਮੈਂ ਅਰਜ਼ ਕਰਾਂ ਕਿਸੇ ਹੋਰ ਥਾਂ ਦਾ ਸਿੱਖ। ਸਿੱਖ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੀ ਹੁੰਦਾ ਹੈ ਤਾਂ ਸੰਬੰਧ ਜੁੜ ਜਾਏਗਾ। ਭਾਸ਼ਾ ਕੋਈ ਵੀ ਬੋਲਦਾ ਹੋਵੇ। ਉੱਥੇ ਕੁਝ ਲੋਕ ਸੰਸਕ੍ਰਿਤ ਨੂੰ ਮਹਾਨ ਮੰਨਦੇ ਨੇ, ਉਹਨਾਂ ਦਾ ਹੱਕ ਹੈ, ਮੰਨਣਾ ਚਾਹੀਦਾ। ਪਰ ਨਾਲ ਸਤਿਗੁਰੂ ਜੀ ਦੀ ਬਾਣੀ ਦੀ ਨਿੰਦਾ ਕਰਦੇ ਸਨ, ਬਾਣੀ ਨੂੰ ਭੰਡਦੇ ਸਨ ਬਈ ਇਹ ਤਾਂ ਭਾਖਾ ਹੈ। ਇਸ ਢੰਗ ਨਾਲ ਜਦ ਜ਼ਿਕਰ ਚੱਲਿਆ ਤਾਂ ਮਹਾਰਾਜ ਜੀ ਨੇ ਆਪਣੇ ਕੋਲ ਬੈਠੇ ਗੁਰਸਿੱਖ ਭਾਈ ਮਾਧੋ ਨੂੰ ਕੋਲ ਬੁਲਾਇਆ। ਸੋਢੀ ਕੁਲ ਦਾ ਸੀ, ਸੋਢੀ ਪਰਿਵਾਰ 'ਚੋਂ, ਜਿਸ ਵਿੱਚੋਂ ਗੁਰੂ ਰਾਮਦਾਸ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਸੇ ਪਰਿਵਾਰ 'ਚ ਬਰਕਤ ਬਣੀ ਰਹੀ। ਉਸ ਨੂੰ ਕੋਲ ਬੁਲਾਇਆ, ਕਿਹਾ ਤੂੰ ਬੜਾ ਪ੍ਰਵੀਣ ਹੈ, ਸਿੱਖੀ ਨੂੰ ਸਮਝਦਾ। ਮਾੜੀਆਂ ਮੋਟੀਆਂ ਗੱਲਾਂ ਨਾਲ ਸਿੱਖੀ ਖਤਮ ਨਹੀਂ ਆਉਂਦੀ। ਹਾਂ, ਸਾਡੇ ਹਿਰਦੇ 'ਚੋਂ ਸਤਿਕਾਰ ਖਤਮ ਹੋ ਜਾਏ, ਸਿੱਖੀ ਖਤਮ ਹੋ ਜਾਂਦੀ। ਅੱਜ ਬੜੇ ਲੋਕੀ ਲੱਗੇ ਹੋਏ ਨੇ ਵੱਖ-ਵੱਖ ਗੁਰਮਤਿ ਵਿਰੋਧੀ ਸੰਸਥਾਵਾਂ ਦੇ ਕਰਕੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਨੂੰ ਭੰਡਦੇ ਨੇ ਵੀ ਇਸ ਤਰ੍ਹਾਂ ਬਾਣੀ ਮਨ 'ਚੋਂ ਨਿਕਲ ਜਾਏ, ਬਾਣੀ ਦਾ ਸਤਿਕਾਰ ਨਿਕਲ ਜਾਏ। ਸਾਡੇ ਤਖਤ ਸਾਹਿਬਾਨ ਦੇ ਸੇਵਕ ਜਥੇਦਾਰ ਸਾਹਿਬਾਨ ਨੂੰ ਭੰਡਦੇ ਨੇ ਬਈ ਇਹ ਮਹਾਨ ਪਦਵੀ ਦਾ ਸਨਮਾਨ ਹੀ ਮੁੱਕ ਜਾਏ।
ਤੇ ਜੇ ਸਨਮਾਨ ਮੁੱਕੇ ਗਿਆ ਫਿਰ ਕਿਸ ਨੇ ਹੁਕਮਨਾਮਾ ਮੰਨਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਾਨ ਵਿੱਚ ਵੀ ਗੁਸਤਾਖੀ ਕਰਦੇ ਨੇ। ਇਹ ਸਿਰਫ ਇਸ ਲਈ ਹੈ ਕਿ ਸਨਮਾਨ ਮੁੱਕ ਜਾਏ। ਮਹਾਰਾਜ ਜੀ ਨੇ ਬੜੇ ਪ੍ਰੇਮ ਨਾਲ ਬੁਲਾਇਆ ਤੇ ਬੜੇ ਸਨਮਾਨ ਨਾਲ ਭਾਈ ਮਾਧੋ ਮਹਾਰਾਜ ਦੇ ਕੋਲ ਹਾਜ਼ਰ ਹੋਏ। ਪਤਾ ਚੱਲਿਆ ਮਾਧੋ ਜੀ ਨੂੰ ਮਹਾਰਾਜ ਨੇ ਕਿਹਾ, ਜਾ ਤੂੰ ਕਸ਼ਮੀਰ ਜਾ ਕੇ ਸਿੱਖੀ ਦਾ ਪ੍ਰਚਾਰ ਕਰ, ਬਾਣੀ ਨਾਲ ਲੋਕਾਂ ਨੂੰ ਜੋੜ। ਤੇ ਉਸਨੇ ਅੱਗੋਂ ਬਚਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਤਹਾਂ ਭਗਤ ਕੋ ਵਿਪਰਨ ਜਾਣੇ। ਉਹ ਕਰਮ ਕਾਂਡ ਵਿੱਚ ਜੁੜੇ ਹੋਏ ਨੇ, ਉਪਾਸਨਾ ਕਾਂਡ ਤੱਕ ਨਹੀਂ ਜਾਣਗੇ, ਗਿਆਨ ਕਾਂਡ ਤੱਕ ਕਿੱਥੇ ਪਹੁੰਚਣਾ। ਇਹ ਸਨਾਤਨ ਮਤ ਨੇ 3 ਅਵਸਥਾ ਮੰਨੀਆਂ, ਕਰਮ ਕਾਂਡ, ਉਪਾਸਨਾ ਕਾਂਡ, ਗਿਆਨ ਕਾਂਡ। ਇਸਲਾਮ 4 ਮੰਨਦਾ ਹੈ, ਸ਼ਰੀਅਤ ਔਰ ਇਸ ਤਰ੍ਹਾਂ ਦੇ ਨਾਲ ਤਰੀਕਤ, ਮਾਰਫਤ ਤੇ ਹਕੀਕਤ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਨਸਿਕ ਮੰਡਲ ਦੀਆਂ 5 ਵੱਡੀਆਂ ਅਵਸਥਾਵਾਂ ਦਾ ਜ਼ਿਕਰ ਕੀਤਾ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਮਹਾਰਾਜ ਨੇ 5 ਜ਼ਿਕਰ ਕੀਤੇ ਨੇ, ਆਪ ਜਪਜੀ ਸਾਹਿਬ 'ਚ ਪੜ੍ਹਦੇ ਹੋ। ਗਿਆਨ ਖੰਡ में ज्ञान प्रचंड तिथै नाद विनोद कोड आनंद। धर्म खंड का एहो धर्म महाराज ने जिक्र किया। पहले 9 ਵੱਡੀਆਂ ਸ਼ਕਤੀਆਂ ਦਾ ਜ਼ਿਕਰ ਕੀਤਾ, ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। 9 ਨੇ ਆਪ ਯਾਦ ਕਰ ਲੈਣਾ। ਫਿਰ ਮਹਾਰਾਜ ਸੱਚਖੰਡ ਤੱਕ ਸੁਰਤ ਨੂੰ ਲੈ ਜਾਂਦੇ ਨੇ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਭਾਈ ਮਾਧੋ ਕਹਿਣ ਲੱਗੇ, ਸੱਚੇ ਪਾਤਸ਼ਾਹ ਜਿਹੜੇ ਕਰਮ ਕਾਂਡ ਨੂੰ ਹੀ ਸਭ ਕੁਝ ਸਮਝ ਲੈਣ। ਧਰਮ ਦਾ ਮਤਲਬ ਵੀ ਨਿਯਮ ਹੈਗਾ, ਵੀ ਨਿਯਮ ਵਿੱਚ ਰਹਿਣਾ। ਤੇ ਬਹੁਤ ਸਾਰੇ ਨਿਯਮ ਤੇ ਹੀ ਲੜਾਈ ਕਰ ਲੈਂਦੇ ਨੇ, ਇਹ ਨਿਯਮ, ਇਹ ਨਿਯਮ, ਇਹ ਨਿਯਮ। ਠੀਕ ਹੈ, ਨਿਯਮ ਇਸ ਤਰ੍ਹਾਂ ਦਾ ਹੈ ਜੈਸੇ ਰਨਵੇ ਹੁੰਦਾ ਹੈ ਨਾ, ਹਵਾਈ ਜਹਾਜ਼ ਦੇ ਟੇਕ ਆਫ ਕਰਨ ਵਾਲਾ। ਨਿਯਮ ਤੋਂ ਅੱਗੇ ਵੀ ਚੱਲਣਾ ਚਾਹੀਦਾ। ਧਰਮ ਤੋਂ ਫਿਰ ਗਿਆਨ ਤੱਕ ਵੀ ਪਹੁੰਚੇ, ਫਿਰ ਗਿਆਨ ਤੋਂ ਫਿਰ ਇਸ ਢੰਗ ਦੇ ਨਾਲ ਹੌਲੀ ਹੌਲੀ ਮਿਹਨਤ ਵੀ ਕਰੇ, ਸ਼ਰਮਖੰਡ ਤੱਕ ਪਹੁੰਚੇ। ਫਿਰ ਪਾਰ ਬ੍ਰਹਮ ਪਰਮੇਸ਼ਰ ਨੂੰ ਸਮਰਪਿਤ ਹੋਵੇ ਤੇ ਬਖਸ਼ਿਸ਼ ਦੀ ਮੰਗ ਕਰੇ, ਸ਼ਰਮਖੰਡ ਤੱਕ ਪਹੁੰਚੇ। ਫਿਰ ਹੌਲੀ ਹੌਲੀ ਪ੍ਰਭੂ ਸੱਚਖੰਡ ਦਾ ਦੁਆਰ ਖੋਲ੍ਹ ਦਿੰਦਾ। ਅਸੀਂ ਰੋਜ਼ ਇਹ ਪੰਕਤੀਆਂ ਪੜ੍ਹਦੇ ਹਾਂ, ਦਰ ਮਨ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਇਸ ਢੰਗ ਨਾਲ ਜਿਹੜਾ ਸਿਰਫ ਕਰਮ ਕਾਂਡ ਵਿੱਚ ਜੁੜਿਆ ਹੋਇਆ ਹੈ, ਉਹ ਅੱਗੇ ਉਪਾਸਨਾ ਕਾਂਡ ਭਗਤੀ ਅਵਸਥਾ ਵਿੱਚ ਮਹਾਰਾਜ ਕਿਵੇਂ ਪਹੁੰਚੇਗਾ। ਉਹਨਾਂ ਨੇ ਤਾਂ ਇਸ ਤਰ੍ਹਾਂ ਹੀ ਕਰਨਾ ਹੈ। ਭਾਈ ਮਾਧੋ ਜੀ ਨੇ ਆਖਿਆ ਹੈ। ਅਗਲੀ ਵਿਚਾਰ ਸਰਵਣ ਕਰੀਏ, ਪੇਸ਼ ਰੱਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸੁਨ ਮਾਧੋ ਪੁਨ ਬਾਕ ਬਖਾਨੇ। ਇਸ ਤਰ੍ਹਾਂ ਬਚਨ ਆਖੇ ਹਨ ਭਾਈ ਮਾਧੋ ਸੋਢੀ ਜੀ ਨੇ। ਤਹਾਂ ਭਗਤ ਕੋ ਵਿਪਰਨ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਉਹ ਕਰਮ ਕਾਂਡੀ ਲੋਕ ਨੇ, ਉਹ ਭਗਤੀ ਨੂੰ ਨਹੀਂ ਸਮਝਦੇ। ਕਰਮ ਕਾਂਡ ਮੈਂ ਸੋ ਲਪਟਾਏ। ਮਹਾਰਾਜ ਉਹਨਾਂ ਨੇ ਕਰਮ ਕਾਂਡ ਨੂੰ ਹੀ ਸਭ ਕੁਝ ਸਮਝ ਲਿਆ। ਉਹ ਕਰਮ ਕਾਂਡ ਵਿੱਚ ਹੀ ਉਲਝੇ ਹੋਏ ਹਨ। ਨਹ ਉਪਾਸਨਾ ਮਨ ਮਹਿ ਲਿਆਏ। ਉਹ ਭਗਤੀ ਕਾਂਡ ਤੱਕ ਪਹੁੰਚਣ ਵਾਲੇ ਹੈ ਨਹੀਂ ਹਨ। ਕਹਿਓ ਗੁਰੂ ਸੋ ਭਗਤੀ ਜਾਣੈ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮੁਸਕਰਾਏ ਤੇ ਆਖਿਆ, ਮਾਧੋ ਅਸੀਂ ਤੇਰੇ ਬਚਨਾਂ ਵਿੱਚ ਸ਼ਕਤੀ ਪਾ ਦਿੰਦੇ।
ਤੇਰੇ ਬਚਨ ਜਿਹੜੇ ਨੇ ਨਾ ਉਹ ਤੀਰ ਵਾਂਗੂ ਹੋਵਣਗੇ। ਜਿਵੇਂ ਭਾਈ ਰੂਪ ਚੰਦ ਜੀ ਨੂੰ, ਭਾਈ ਰੂਪਾ ਜੀ ਨੂੰ ਮਹਾਰਾਜ ਨੇ ਕਿਹਾ ਸੀ, ਤੇਰੀ ਜ਼ਬਾਨ ਹੀ ਤਲਵਾਰ ਹੈ, ਤੂੰ ਪੁਰਖਾ ਜ਼ਬਾਨ ਤੋਂ ਜੋ ਆਖੇਗਾ ਪੂਰਾ ਹੋ ਜਾਏ। ਕਦੀ ਪੜ੍ਹਨਾ ਇਤਿਹਾਸ ਭਾਈ ਸਾਧੂ ਦਾ, ਭਾਈ ਰੂਪ ਚੰਦ ਜੀ ਦਾ। ਮਹਾਰਾਜ ਜੀ ਦੇ ਘਰ ਵਿੱਚ ਕੋਈ ਸਮਾਗਮ ਹੁੰਦਾ ਨਾ, ਤੇ ਸਭ ਤੋਂ ਪਹਿਲਾ ਪੱਤਰ ਜਿਸ ਪਰਿਵਾਰ ਨੂੰ ਲਿਖਿਆ ਜਾਂਦਾ ਸੀ ਉਹ ਭਾਈ ਰੂਪ ਚੰਦ ਜੀ ਦਾ ਪਰਿਵਾਰ ਸੀ। ਅੱਜ ਵੀ ਉਹ ਪਰਿਵਾਰ ਮੌਜੂਦ, ਇਸ ਵੇਲੇ ਉਹਨਾਂ ਦੇ ਮੁਖੀ ਹਨ ਪਰਿਵਾਰ ਦੇ। ਉਹ ਗੱਦੀ ਨਸ਼ੀਨ ਨਹੀਂ ਕਹਿੰਦੇ, ਉਹ ਆਪਣੇ ਆਪ ਨੂੰ ਸੇਵਕ ਕਹਿੰਦੇ। ਭਾਈ ਬੂਟਾ ਸਿੰਘ ਜੀ, ਇਹ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਤੇ ਪੋਹ ਸੁਦੀ 7ਵੀਂ ਤੇ ਉਹ ਧੰਨ ਧੰਨ ਮਾਤਾ ਗੁਜਰੀ ਸਾਹਿਬਾ ਜੀ ਦੀਆਂ ਖੜਾਵਾਂ ਲੈ ਕੇ ਆਏ ਸੀ। ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਉਹਨਾਂ ਨੂੰ ਦਿੱਤੀਆਂ ਹੋਈਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲੰਗਰ ਦਾ ਕੜਛਾ ਆਪ ਉਹਨਾਂ ਨੂੰ ਦਿੱਤਾ ਸੀ। ਆਖਿਆ ਲਓ, ਉਹਨਾਂ ਨੂੰ ਲੰਗਰਾਂ ਵਾਲੇ ਕਹਿੰਦੇ। ਹੋਲੇ ਮਹੱਲੇ ਤੇ ਹੋਰ ਸਮਾਗਮਾਂ ਤੇ ਲੰਗਰ ਚੱਲਦੇ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਸਤਿਗੁਰੂ ਮਹਾਰਾਜ ਜੀ ਦੇ ਘਰੋਂ ਉਹਨਾਂ ਨੂੰ ਪਹਿਲੇ ਨੰਬਰ ਤੇ ਪੱਤਰ ਲਿਖਿਆ ਜਾਂਦਾ, ਤੇ ਉਹਨਾਂ ਨੂੰ ਮਹਾਰਾਜ ਵੱਡਾ ਘਰ ਕਹਿ ਕੇ ਮੁਖਾਤਬ ਹੁੰਦੇ ਸਨ, ਬਈ ਇਹ ਵੱਡਾ ਘਰ ਹੈ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੀ ਮੈਂ ਇਸ ਵਾਰ ਪ੍ਰਬੰਧਕਾਂ ਨੂੰ ਕਿਹਾ, ਮੈਂ ਕਿਹਾ ਸਭ ਤੋਂ ਪਹਿਲਾ ਪੱਤਰ ਉਹ ਪੁਰਾਤਨਤਾ ਨੂੰ ਮਾਣਦਿਆਂ ਹੋਇਆਂ, ਮਹਿਸੂਸ ਕਰਦਿਆਂ ਹੋਇਆਂ, ਬਾਕੀ ਸਾਰਿਆਂ ਨੂੰ ਵੀ ਅਸੀਂ ਪੱਤਰ ਲਿਖਣੇ ਨੇ। ਸਭ ਤੋਂ ਪਹਿਲਾ ਪੱਤਰ ਭਾਈ ਰੂਪ ਚੰਦ ਦੇ ਪਰਿਵਾਰ ਨੂੰ ਲਿਖੋ। ਔਰ ਲਿਖਿਆ ਗਿਆ। ਸਾਡੀਆਂ ਪੁਰਾਤਨਤਾਵਾਂ ਬੜੀਆਂ ਮਹਾਨ ਹਨ ਜਦੋਂ ਉਹਨਾਂ ਨੂੰ ਸਮਝਦੇ ਹਾਂ। ਸਾਹਿਬ ਜੀ ਨੇ ਕਿਹਾ, ਤੁਹਾਡੀ ਜ਼ਬਾਨ ਵਿੱਚ ਸੱਤਿਆ ਹੈ, ਜੋ ਆਖੋਗੇ ਪੂਰਾ ਹੋ ਜਾਏ। ਭਾਈ ਮਾਧੋ ਨੂੰ ਵੀ ਮਹਾਰਾਜ ਕਹਿਣ ਲੱਗੇ, ਜੋ ਆਖੋਗੇ ਪੂਰਾ ਹੋ ਜਾਏਗਾ, ਤੁਹਾਡੇ ਬਚਨ ਫੁਰਨਗੇ, ਜੋ ਜ਼ਬਾਨ ਤੋਂ ਨਿਕਲੇਗਾ ਉਹ ਪੂਰਾ ਹੋ ਜਾਏਗਾ। ਮਹਾਰਾਜ ਬਾਣੀ 'ਚ ਵੀ ਕਹਿੰਦੇ ਨੇ, ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਇਆ ਵੈ, ਕਹਿਓ ਗੁਰੂ ਸੋ ਭਗਤੀ ਜਾਣੈ। ਉਹ ਭਗਤੀ ਨੂੰ ਜਾਣਨਗੇ, ਸਮਝਣਗੇ ਤੇ ਭਗਤੀ ਕਰਨ ਲੱਗ ਪੈਣਗੇ। ਨਹੀਂ ਕਮਾਵਤ ਜਿਮ ਅਨਜਾਨੈ। ਮਹਾਰਾਜ ਕਹਿਣ ਲੱਗੇ, ਇਸ ਰਸ ਤੋਂ ਅਣਜਾਣ ਹਨ, ਭਗਤੀ ਤੋਂ ਅਣਜਾਣ ਹਨ, ਇਸ ਲਈ ਨਹੀਂ ਕਮਾਉਂਦੇ ਤੇ ਇਸ ਲਈ ਵਿਰੋਧ ਕਰਦੇ ਨੇ। ਜਦ ਜਾਣ ਜਾਣਗੇ ਫਿਰ ਉਹੀ ਪ੍ਰਚਾਰ ਕਰਨ ਲੱਗ ਪੈਣਗੇ। ਪਹੁੰਚੈ ਜਬ ਤੁਬ ਦਰਸ਼ਨ ਪੈ। ਮਹਾਰਾਜ ਜੀ ਨੇ ਸਿੱਖ ਦੇ ਦਰਸ਼ਨ ਵਿੱਚ ਵੀ ਕਿਤਨੀ ਬਰਕਤ ਰੱਖੀ। ਵਾਕਈ ਤਿਨਾਂ ਦੇਖ ਮਨ ਚਾਉ ਠੰਦਾ ਹੋਂ, ਕਦ ਪਾਈ ਗੁਣ ਤਾਸਾ। ਜਿਨੀ ਮੈਂਡਾ ਲਾਲ ਰੀਝਾਇਆ, ਹੋਂ ਤਿਸ ਆਗੇ ਮਨ ਡੇਹੀਆ। ਨਾਨਕ ਕਹੈ ਸੁਣ ਬਿਨੋ ਸੁਹਾਗਣ, ਮੂੰਹ ਦਸ ਦਿਖਾ ਫਿਰ ਕਹੀ। ਤਾਂ ਹੀ ਤੇ ਅਸੀਂ ਕਹਿੰਦੇ ਹਾਂ ਵੀ ਸੰਗਤ ਦਾ ਦਰਸ਼ਨ ਗੁਰੂ ਦਾ ਦਰਸ਼ਨ ਹੈ। ਸੰਗਤ ਵਿੱਚ ਗੁਰਸਿੱਖ ਬੈਠੇ ਹੁੰਦੇ। ਮਹਾਰਾਜ ਕਹਿਣ ਲੱਗੇ, ਜਦੋਂ ਤੇਰਾ ਦਰਸ਼ਨ ਉਹ ਪ੍ਰਾਪਤ ਕਰਨਗੇ। ਹਿਰਦੈ ਉਪਾਸਨਾ ਕੋ ਉਪਜੈ। ਉਹਨਾਂ ਦੇ ਹਿਰਦੇ ਵਿੱਚ ਭਾਈ ਮਾਧੋ ਜੀ ਤੁਹਾਡੇ ਦਰਸ਼ਨ ਨਾਲ ਹੀ ਭਗਤੀ ਪੈਦਾ ਹੋ ਜਾਏ। ਵਾਕਈ ਐਸਾ ਹੁੰਦਾ ਹੈ, ਕੋਈ ਜੁੜਿਆ ਹੋਇਆ ਗੁਰਸਿੱਖ ਮਿਲ ਜਾਏ, ਉਹਦੀ ਝਲਕ ਹੀ ਗੁਰੂ ਦੀ ਝਲਕ ਸਮਾਨ ਹੁੰਦੀ ਹੈ, ਅਗਲੇ ਦਾ ਹਿਰਦਾ ਜੁੜ ਜਾਂਦਾ ਹੈ। ਸੰਸਕ੍ਰਿਤ ਜਿਮ ਵਿਪਰਨ ਪਿਆਰੀ। ਮਹਾਰਾਜ ਕਹਿਣ ਲੱਗੇ, ਜਿਵੇਂ ਪੰਡਤਾਂ ਨੂੰ ਸੰਸਕ੍ਰਿਤ ਪਿਆਰੀ ਲੱਗਦੀ ਹੈ ਨਾ, ਪਠੈ ਸੁਣੈ ਮਾਨਹਿ ਉਰ ਧਾਰੀ। ਉਹ ਪੜ੍ਹਦੇ ਹਨ, ਸੁਣਦੇ ਹਨ, ਉਹਦਾ ਮਾਣ ਕਰਦੇ ਹਨ, ਮੰਨਦੇ ਹਨ ਤੇ ਹਿਰਦੇ ਵਿੱਚ ਉਹਦਾ ਮਾਣ ਧਾਰਨ ਕਰਦੇ ਹਨ। ਤਿਮ ਸਿੱਖਣ ਕੋ ਸਤਿਗੁਰ ਬਾਣੀ। ਇਸੇ ਤਰ੍ਹਾਂ ਜਿਵੇਂ ਹਰ ਭਾਸ਼ਾ ਬੋਲਣ ਵਾਲੇ ਨੂੰ ਆਪਣੀ ਭਾਸ਼ਾ ਪਿਆਰੀ ਹੁੰਦੀ ਹੈ, ਇਸ ਤਰ੍ਹਾਂ ਗੁਰਸਿੱਖਾਂ ਨੂੰ ਗੁਰੂ ਦੀ ਭਾਸ਼ਾ ਪਿਆਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਹੈ? ਗੁਰੂ ਦੀ ਭਾਸ਼ਾ, ਗੁਰੂ ਦੇ ਬਚਨ,
ਗੁਰੂ ਦੀ ਮੁਬਾਰਕ ਜ਼ਬਾਨ ਤੋਂ ਪ੍ਰਗਟ ਹੋਏ ਅੰਮ੍ਰਿਤ ਬੋਲ ਹਨ। ਸੁਨਤ ਸ੍ਰੋਨ ਜਹ ਮਤ ਹਰ ਖਾਨੀ। ਜਿਸ ਨੂੰ ਸੁਣ ਕੇ ਸਿੱਖਾਂ ਨੂੰ ਸੋਝੀ ਮਿਲਦੀ ਹੈ ਤੇ ਮਤ ਪ੍ਰਸੰਨ ਹੋ ਜਾ, ਸਿੱਖਾਂ ਦਾ ਹਿਰਦਾ ਪ੍ਰਸੰਨਤਾ ਨਾਲ ਭਰ ਜਾਂਦਾ ਹੈ। ਲੈ ਗੁਰ ਆਇਸ ਹਵੈ ਕਰ ਤਿਆਰੀ। ਇਸ ਤਰ੍ਹਾਂ ਫਿਰ ਭਾਈ ਮਾਧੋ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਮਹਾਰਾਜ ਮੇਰੇ ਸਿਰ ਤੇ ਹੱਥ ਰੱਖੋ, ਮੈਂ ਆਪਣੇ ਆਪ ਵਿੱਚ ਕੁਛ ਵੀ ਨਹੀਂ। ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਮੈਂ ਨਹੀਂ ਪ੍ਰਭ ਸਭ ਕੁਛ ਤੇਰਾ, ਫਿਰ ਉਹਨਾਂ ਨੂੰ ਦਿਖਾਈ ਪੈ ਜਾਂਦਾ ਹੈ। ਈਗੈ ਨਿਰਗੁਣ ਉਗੈ ਸਰਗੁਣ, ਖੇਲ ਕਰਤ ਵਿੱਚ ਸੁਆਮੀ ਮੇਰ। ਨਗਰ ਮੈਂ ਆਪ ਬਾਹਰ ਫੁਨ ਆਪਣ, ਪ੍ਰਭ ਮੇਰੇ ਕੋ ਸਗਲ ਵਸਿਆ। ਉਹ ਸਾਰੇ ਵਸਦਾ ਹੋਇਆ ਸਰਬ ਥਾਵਾਂ ਤੇ ਦਿਖਾਈ ਪੈ ਜਾ। ਗੁਰੇ ਦਿਖਾਇਓ ਲੋਏ ਨਾ, ਈਤੈ ਉਤੈ ਘਟ 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 ਘਟ, ਤੂੰ ਹੀ ਮੋਹੇ ਨਾ। ਕਿਆ ਮਹਾਰਾਜ ਮੇਰੇ ਸਿਰ ਤੇ ਹੱਥ ਰੱਖੋ। ਮਹਾਰਾਜ ਨੇ ਮਿਹਰ ਅਸੀਸ ਪ੍ਰਦਾਨ ਕੀਤੀ ਤੇ ਭਾਈ ਮਾਧੋ ਜੀ ਨੇ ਤਿਆਰੀ ਕੀਤੀ ਹੈ। ਸਾਜੋ ਸਮਾਨ ਜੋ ਚਾਹੀਦਾ ਸੀ ਵਰਤੋਂ ਵਿਵਹਾਰ ਦਾ ਉਹ ਲੈ ਲਿਆ ਹੈ। ਗਮਨਿਓ ਗੁਰਮਤਿ ਦੇਨ ਪਹਾੜੀ। ਤੇ ਪਹਾੜੀ ਇਲਾਕੇ ਵਿੱਚ ਸਤਿਗੁਰੂ ਜੀ ਦੀ ਬਖਸ਼ੀ ਹੋਈ ਮਤ ਦੇਣ ਵਾਸਤੇ, ਪ੍ਰਦਾਨ ਕਰਨ ਵਾਸਤੇ ਇਹ ਚੱਲ ਪਿਆ ਹੈ, ਪਹੁੰਚ ਗਿਆ ਹੈ। ਗੁਰ ਸਬਦਨ ਕੀ ਪੋਥੀ ਲੀਨਾ। ਸਿਰ ਤੇ ਜੋ ਰੱਖ ਕੇ ਲੈ ਗਿਆ ਉਹ ਸਤਿਗੁਰੂ ਜੀ ਦੇ ਸ਼ਬਦਾਂ ਦੀ ਪੋਥੀ। ਉਹਨਾਂ ਦਿਨਾਂ ਵਿੱਚ ਪੋਥੀ ਸਾਹਿਬ ਨਾਮ ਸੀ। ਪੋਥੀ ਪਰਮੇਸ਼ਰ ਕਾ ਥਾਨ, ਨਾਲ ਰੱਖ ਕੇ ਸੀਸ ਤੇ ਰੱਖ ਕੇ ਭਾਵ ਬਹੁਤ ਸਤਿਕਾਰ ਨਾਲ ਮਹਾਰਾਜ ਜੀ ਦੇ ਸ਼ਬਦਾਂ ਦੀ ਪੋਥੀ ਲੈ ਗਿਆ। ਲਿਖੇ ਹੋਏ ਸਨ ਜੋ ਇਸਨੇ, ਅਰਥਿ ਕਰਨ ਮਹਿ ਸੁਮਤਿ ਪਰਬੀਨ। ਉਹ ਮਹਾਰਾਜ ਜੀ ਦੀ ਬਾਣੀ ਦੇ ਅਰਥ ਕਰਨ ਵਿੱਚ ਵੀ ਬੜਾ ਸਿਆਣਾ ਸੀ। ਬੜੀ ਦਲੀਲ ਨਾਲ, ਬੜੇ ਢੰਗ ਤਰੀਕੇ ਨਾਲ ਅਰਥ ਕਰਦਾ ਸੀ। ਇਹ ਵਿਰਲਿਆਂ ਨੂੰ ਪ੍ਰਾਪਤ ਹੁੰਦਾ ਹੈ, ਸਾਰਿਆਂ ਨੂੰ ਨਹੀਂ। ਬਸ ਮਾੜਾ ਮਾੜਾ ਕਰਕੇ ਅੱਗੇ ਪੜ੍ਹੋ ਜੀ, ਅੱਗੇ ਪੜ੍ਹੋ ਜੀ ਕਰੀ ਜਾਣਾ, ਉਹ ਵੀ ਚਲੋ ਮੁਬਾਰਕ ਹੈ, ਪਰ ਗਹਿਰਾਈ ਨਾਲ, ਲੌਜਿਕਤਾ ਨਾਲ, ਢੰਗ ਤਰੀਕੇ ਨਾਲ, ਉਦਾਹਰਣਾਂ ਦੇ ਕੇ ਸਮਝਾਉਣਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। ਹਾਂਜੀ, ਔਰ ਮਹਿ ਕਰਿਓ ਜਾਏ ਕਿਤ ਡੇਰਾ। ਔਰ ਇਸ ਤਰ੍ਹਾਂ ਦੇ ਨਾਲ ਸ਼੍ਰੀਨਗਰ ਪਹੁੰਚਿਆ ਹੋਵੇਗਾ, ਉੱਥੇ ਜਾ ਕੇ ਇੱਕ ਜਗ੍ਹਾ ਟਿਕਾਣਾ ਕਰ ਲਿਆ। ਉਪਦੇਸਣ ਲਾਗਿਓ ਜਿਸ ਬੇਰਾ। ਔਰ ਜਦੋਂ ਜਿਸ ਵੇਲੇ ਇਹ ਮਹਾਂਪੁਰਖ ਆਤਮਾ ਗੁਰੂ ਦਾ ਸਿੱਖ ਜੁੜਿਆ ਹੋਇਆ ਹਿਰਦਾ, ਜਿਹਦੇ ਬੋਲਣ 'ਚ ਸਾਹਿਬ ਨੇ ਆਪ ਸੱਤਾ ਪਾਈ। ਇਹ ਹੁੰਦਾ ਹੈ ਨਾ, ਕੋਈ ਬੰਦਾ ਬੋਲੇ ਕੋਈ ਅਸਰ ਹੀ ਨਹੀਂ ਹੁੰਦਾ, ਪਰ ਕੋਈ ਬੋਲੇ ਤਾਂ ਬੰਦਾ ਆਪਣੇ ਪ੍ਰਾਣ ਦੇ ਕੇ ਵੀ ਉਹਦੀ ਗੱਲ ਮੰਨਦਾ ਵੀ ਇਹ ਫਲਾਣੇ ਮਹਾਂਪੁਰਖ ਨੇ ਗੱਲ ਆਖੀ, ਇਹ ਫਲਾਣੇ ਗੁਰਸਿੱਖ ਨੇ ਗੱਲ ਆਖੀ, ਕਿਉਂਕਿ ਉਹਦੇ ਕੋਲ ਜੀਵਨ ਹੁੰਦਾ ਹੈ। ਇਸ ਤਰ੍ਹਾਂ ਇਹ ਉਪਦੇਸ਼ ਪ੍ਰਦਾਨ ਕਰਨ ਲੱਗ ਪਏ ਔਰ ਇਸ ਢੰਗ ਨਾਲ ਖੇਡ ਵਰਤੀ ਹੈ। ਮਿਲ ਪੰਡਤ ਮਾਧੋ ਢਿਗ ਆਏ। ਉਸ ਇਲਾਕੇ ਦੇ ਜਾਤ ਬਿਮਾਨੀ ਪੰਡਤਾਂ ਨੂੰ ਜਦ ਪਤਾ ਲੱਗਿਆ ਨਾ ਵੀ ਕੋਈ ਇਸ ਤਰ੍ਹਾਂ ਆਇਆ ਨਵਾਂ ਸਿੱਖ, ਤੇ ਉਹ ਭਾਖਾ ਆਪਣੀ ਬਾਣੀ ਉਹ ਕਹਿੰਦੇ ਸਨ, ਗੁਰੂ ਬਾਣੀ ਤਾਂ ਉਹ ਕਹਿੰਦੇ ਨੇ ਸਨ, ਸ਼ੁਰੂਆਤੀ ਦੌਰ, ਬਾਅਦ ਵਿੱਚ ਤੇ ਫਿਰ ਮੰਨਣ ਲੱਗ ਪਏ ਸਾਰੇ। ਉਹ ਕੋਈ ਆਇਆ ਹੈ ਜਿਸ ਦਾ ਨਾਮ ਮਾਧੋ ਹੈ ਤੇ ਉਹ ਸੁਣਾਉਂਦਾ ਹੈ, ਭਾਖਾ ਕੀ ਨਾ ਕਥਾ ਹਮ ਪਾਏ। ਉਹਨਾਂ ਸਿੱਧਾ ਸਿੱਧਾ ਕਹਿ ਦਿੱਤਾ ਵੀ ਸਾਨੂੰ ਇਹ ਬਾਣੀ ਦੀ ਕਥਾ ਚੰਗੀ ਨਹੀਂ ਲੱਗਦੀ। ਇਹ ਨਾ ਸੋਚਣਾ ਵੀ ਉਦੋਂ ਹੀ ਸੁਣਾ, ਅੱਜ ਵੀ ਹੈਗੇ ਜਿਨ੍ਹਾਂ ਨੂੰ ਗੁਰਪ੍ਰਤਾਪ ਸੂਰਜ ਦੀ ਕਥਾ ਚੰਗੀ ਨਹੀਂ ਲੱਗਦੀ। ਕਿਉਂ ਨਹੀਂ ਚੰਗੀ ਲੱਗਦੀ? ਕਿਉਂਕਿ ਸਾਡਾ ਇਤਿਹਾਸਕ ਸਰੋਤ ਹੈਗਾ, ਇਹਦੇ ਨਾਲੋਂ ਤੋੜ ਦਿਓ ਆਪੇ ਹੀ ਕੰਮ ਖਤਮ। ਇਤਿਹਾਸ ਨਾਲੋਂ ਤੋੜੋ। ਪੰਥ ਪ੍ਰਕਾਸ਼ ਦੀ ਕਥਾ ਚੰਗੀ ਨਹੀਂ ਲੱਗਦੀ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਚੰਗੀ ਨਹੀਂ ਲੱਗਦੀ। ਕਹਿਣਗੇ ਜੀ ਆਹ ਕੀ ਢਾਡੀ ਲਾਏ ਹੋਏ ਨੇ, ਇਹ ਉੱਚੀ ਉੱਚੀ ਗਾਉਂਦੇ ਨੇ, ਇਹ ਸਾਨੂੰ ਚੰਗਾ ਨਹੀਂ ਲੱਗਦਾ। ਕਿਉਂਕਿ ਗੁਰੂ ਦਾ ਇਤਿਹਾਸ ਸੁਣਾਉਂਦੇ ਨੇ ਤੇ ਚੰਗਾ ਨਹੀਂ ਲੱਗਦਾ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਇਹਨਾਂ ਨੂੰ ਗੁਰੂ ਚੰਗਾ ਨਹੀਂ ਲੱਗਦਾ। ਜੇ ਗੁਰੂ ਚੰਗਾ ਲੱਗਦਾ ਹੋਵੇ
ਫਿਰ ਗੁਰੂ ਦੀ ਹਰ ਗੱਲ ਚੰਗੀ ਲੱਗਦੀ ਹੈ, ਔਰ ਗੁਰੂ ਦੀ ਗੱਲ ਸੁਣਾਉਣ ਵਾਲਾ ਵੀ ਚੰਗਾ ਲੱਗਦਾ ਹੈ। ਸੁਰਬਾਣੀ ਤਜ ਕਿਮ ਇਹ ਧਾਰੈ। ਉਹ ਕਹਿਣ ਲੱਗੇ ਦੇਵ ਬਾਣੀ ਸੰਸਕ੍ਰਿਤ ਨੂੰ ਛੱਡ ਕੇ ਕਿਵੇਂ ਅਸੀਂ ਇਹਨੂੰ ਧਾਰਨ ਕਰ ਲਈਏ। ਤੇ ਭਾਈ ਮਾਧੋ ਕਹਿਣ ਲੱਗੇ ਅਸੀਂ ਕਦੋਂ ਤੁਹਾਨੂੰ ਕਿਹਾ ਕਿ ਤੁਸੀਂ ਸੰਸਕ੍ਰਿਤ ਦਾ ਤਿਆਗ ਕਰੋ, ਬੜੀ ਚੰਗੀ ਭਾਸ਼ਾ ਹੈ, ਵਿਦਵਾਨ ਭਾਸ਼ਾ ਹੈ, ਤੁਹਾਨੂੰ ਬਹੁਤ ਨਿਹਾਇਤ ਪਿਆਰੀ ਲੱਗਦੀ ਹੈ, ਲੱਗਣੀ ਚਾਹੀਦੀ। ਅਸੀਂ ਕਦੋਂ ਕਿਹਾ ਬਈ ਤੁਸੀਂ ਤਿਆਗ ਛੱਡ ਦੇਵੋ। ਨਹ ਆਵਤ ਇਮਰਿਦੈ ਹਮਾਰੈ। ਉਹ ਕਹਿਣ ਲੱਗੇ ਤੁਸੀਂ ਜਿਹੜੀ ਬਾਣੀ ਦੀ ਕਥਾ ਕਰਦੇ ਹੋ ਸਾਡੇ ਮਨ 'ਚ ਕੋਈ ਪ੍ਰਭਾਵ ਨਹੀਂ ਪਾਉਂਦੀ, ਸਾਡੇ ਮਨ ਵਿੱਚ ਨਹੀਂ ਆਉਂਦੀ, ਸਾਨੂੰ ਨਹੀਂ ਚੰਗੀ ਲੱਗਦੀ। ਸੁਣ ਮਾਧੋ ਤਬ ਜੁਗਤ ਬਖਾਨੀ। ਬੜੇ ਜੁਗਤੀ ਨਾਲ ਢੰਗ ਤਰੀਕੇ ਨਾਲ ਉਦਾਹਰਣ ਦੇ ਕੇ ਭਾਈ ਮਾਧੋ ਜੀ ਨੇ ਸਮਝਾਇਆ। ਜਿੱਥੇ ਗੱਲ ਔਖੀ ਲੱਗੇ ਨਾ ਸਾਧ ਸੰਗਤ ਬਈ ਇਹ ਮੁਸ਼ਕਲ ਹੈ ਸਮਝਾਉਣੀ, ਉੱਥੇ ਸਭ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਅਰਦਾਸ ਕਰ ਲਿਆ ਕਰੋ ਕਿ ਮਹਾਰਾਜ ਤੇਰੀ ਮਿਹਰ ਹੋਵੇ। ਉਹਨਾਂ ਦਿਨਾਂ 84 ਦੇ ਦਿਨਾਂ ਵਿੱਚ ਬੰਤ ਰਤਨ ਗੁਰਮਤਿ ਵਿਦਿਆ ਮਾਰਤੰਡ ਗਿਆਨੀ ਸੰਤ ਸਿੰਘ ਜੀ ਮਸਕੀਨ ਜਗ੍ਹਾ ਜਗ੍ਹਾ ਇਹ ਪੰਕਤੀਆਂ ਦੀ ਕਥਾ ਕਰਦੇ ਸਨ। ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ। ਉਹ ਬੰਗਲਾ ਸਾਹਿਬ ਕਥਾ ਕਰਕੇ ਨਿਕਲੇ, ਨਮਸਕਾਰ ਕਰਕੇ ਆਪਣੇ ਕਮਰੇ ਵੱਲ ਜਾ ਰਹੇ ਸਨ ਤੇ ਕੁਝ ਪੱਤਰਕਾਰ ਚੁਨਿੰਦਾ ਉੱਥੇ ਆ ਗਏ। ਉਹ ਕਹਿਣ ਲੱਗੇ ਮਸਕੀਨ ਜੀ ਇਹ ਗੱਲ ਸੱਚ ਹੈ ਜਿਹੜੀ ਤੁਸੀਂ ਕਹਿ ਕੇ ਆਏ ਹੋ ਵੀ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ। ਕਹਿਣ ਲੱਗੇ ਹਾਂ ਬਿਲਕੁਲ ਸੱਚ ਹੈ। ਉਹਨਾਂ ਦੱਸਿਆ ਇਹ ਫਲਾਣੀਆਂ ਫਲਾਣੀਆਂ ਅਖਬਾਰਾਂ ਤੋਂ ਆਏ ਹਾਂ ਤੇ ਸਵਾਲ ਕਰਨਾ ਚਾਹੁੰਦੇ ਹਾਂ। ਤੁਸੀਂ ਕਹਿੰਦੇ ਹੋ ਸਭ ਕੁਝ ਹੁਕਮ ਹੈ ਤੇ ਫਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹ ਹੁਕਮ ਨਹੀਂ, ਤੇ ਜੇ ਵੀ ਹੁਕਮ ਹੈ ਤੇ ਫਿਰ ਤੁਸੀਂ ਕਿਉਂ ਰੌਲਾ ਪਾਉਂਦੇ ਪਏ ਹੋ ਵੀ ਮਾੜਾ ਹੋਇਆ ਭੈੜਾ ਹੋਇਆ, ਕਿਉਂ ਰੌਲਾ ਪਾਉਂਦੇ ਹੋ? ਮਸਕੀਨ ਜੀ ਕਹਿੰਦੇ ਨੇ ਮੈਨੂੰ ਪਹਿਲੀ ਗੱਲੇ ਤੇ ਜਵਾਬ ਨਾ ਆਇਆ ਵੀ ਹੁਣ ਮੈਂ ਇਹਨਾਂ ਨੂੰ ਕੀ ਜਵਾਬ ਦੇਵਾਂ। ਇਹ ਤੇ ਵਿਆਕਰਨ ਦੇ ਬੜੇ ਬੜੇ ਸੰਗਲ ਲੈ ਕੇ ਬੰਨਣ ਆਏ ਤੇ ਕਹਿੰਦੇ ਨੇ ਮੈਂ ਬੰਗਲਾ ਸਾਹਿਬ ਜੀ ਦੀਆਂ ਪੌੜੀਆਂ ਤੇ ਹੱਥ ਲਾ ਕੇ ਤੇ ਮਸਤਕ ਤੇ ਧੂੜ ਲਾਈ ਤੇ ਕਿਹਾ ਹੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੂੰ ਤੇ ਸੱਜੂ ਗੁੰਗੇ ਬਹਿਰੇ ਕੋਲੋਂ ਵੀ ਅਰਥ ਕਰਵਾ ਸਕਦਾ, ਕਿਰਪਾ ਕਰ। ਤੇ ਅੰਦਰੋਂ ਇੱਕ ਦਲੀਲ ਫੁਰ ਪਈ ਉਸੇ ਵੇਲੇ। ਕਹਿਣ ਲੱਗੇ ਆ ਮੇਰਾ ਹੱਥ ਹੈਗਾ ਹੈ ਨਾ? ਕਹਿੰਦੇ ਹਾਂ। ਕਹਿੰਦੇ ਨੇ ਜੇ ਹੱਥ ਤੇ ਕੋਈ ਬਲਦਾ ਬਲਦਾ ਕੋਇਲਾ ਰੱਖ ਦੇਵੇ ਤਾਂ ਇਹ ਹੁਕਮ ਹੈ, ਮੰਨ ਲਵਾਂਗੇ, ਪਰ ਨਾਲ ਫਿਰ ਚੀਖ ਨਿਕਲਣੀ ਵੀ ਤੇ ਹੁਕਮ ਹੀ ਹੈ। ਜੇ ਕੋਇਲਾ ਕੋਈ ਰੱਖੇਗਾ ਤੇ ਚੀਖ ਵੀ ਨਿਕਲੇਗੀ, ਇਹ ਵੀ ਫਿਰ ਹੁਕਮ ਹੈ। ਉਹ ਕਹਿਣ ਲੱਗੇ ਅਸੀਂ ਤਾਂ ਬੜੇ ਸੰਗਲ ਲੈ ਕੇ ਆਏ ਸੀ, ਤੁਸੀਂ ਸਾਨੂੰ ਸੰਗਲ ਪਾਉਣ ਹੀ ਨਹੀਂ ਦਿੱਤੇ। ਇਸ ਤਰ੍ਹਾਂ ਕੋਈ ਗੱਲ ਮਸਲਾ ਉਲਝ ਜਾਏ ਤਾਂ ਗੁਰੂ ਦਾ ਆਸਰਾ ਲਈਏ ਵੀ ਸੱਚੇ ਪਾਤਸ਼ਾਹ ਆਪ ਜਵਾਬ ਦਿਓ, ਆਪ ਕਿਰਪਾ ਕਰੋ, ਆਪ ਦੇਖੋਗੇ ਸਤਿਗੁਰੂ ਜੀ ਦੀ ਕਲਾ ਵਰਤ ਜਾਂਦੀ ਹੈ ਤੇ ਗੱਲ ਸੌਖੀ ਹੱਲ ਹੋ ਜਾਂਦੀ। ਭਾਈ ਮਾਧੋ ਜੀ ਨੇ ਵੀ ਅਰਦਾਸ ਕੀਤੀ ਹੇ ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰ ਕਰੋ, ਤੇ ਉਹਨਾਂ ਨੂੰ ਇਹ ਜੁਗਤੀ ਇਹ ਉਦਾਹਰਣ ਪ੍ਰਾਪਤ ਹੋਈ। ਜਿਸ ਨਰ ਲਾਗੀ ਖੁਦਾ ਮਹਾਨੀ। ਕਹਿਣ ਲੱਗੇ ਹੈ ਪੰਡਤ ਜਨੋ ਜਿਸ ਬੰਦੇ ਨੂੰ ਬੜੀ ਭੁੱਖ ਲੱਗੀ ਹੋਵੇ, ਭੁੱਖ ਨਾਲ ਆਤੁਰ ਹੋਇਆ ਹੋਵੇ, ਸੋ ਜੇ ਪ੍ਰਤੀਖ ਹੈ ਕੰਚਨ ਬਾਸਨ। ਤੇ ਉਹ ਜੇਕਰ ਕੰਚਨ ਦੇ ਸੋਨੇ ਦੇ ਭਾਂਡੇ ਉਡੀਕਦਾ ਰਵੇ। ਤੁਸੀਂ ਕਹਿੰਦੇ ਹੋ ਸਾਡੀ ਭਾਸ਼ਾ ਬਹੁਤ ਮਹਾਨ ਹੈ, ਮੈਂ ਵੀ ਕਹਿੰਦਾ ਤੁਹਾਡੇ ਲਈ ਤੁਹਾਡੀ ਭਾਸ਼ਾ ਬਹੁਤ ਮਹਾਨ ਤੇ ਸੋਨੇ ਵਰਗੀ, ਉਹ ਵੀ ਪੂਰੀ ਸ਼ੁੱਧ ਸੋਨੇ ਵਰਗੀ। ਮੈਂ ਵੀ ਮੰਨਦਾ ਹਾਂ ਹਰ ਇੱਕ ਦੀ ਭਾਸ਼ਾ ਉਹਨੂੰ ਸੋਨੇ ਵਰਗੀ। ਦੱਸੋ ਕਿਹੜੀ ਮਾਂ ਹੈ ਜਿਸ ਦੀ ਛਾਤੀ ਵਿੱਚ ਪ੍ਰਭੂ ਨੇ ਅੰਮ੍ਰਿਤ ਨੀਰ ਨਹੀਂ ਪਾਇਆ? ਕਿਹੜੀ ਮਾਂ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਨੇ ਆਪਣੀ ਮਮਤਾ ਦਾ ਸਾਗਰ ਨਹੀਂ ਉਡੇਲਿਆ? ਕਿਹੜੀ ਮਾਂ ਹੈ ਜਿਸ ਦੇ ਤਨ ਵਿੱਚ ਬੱਚੇ ਦਾ ਤਨ ਨਹੀਂ ਪੈਦਾ ਹੋਇਆ?
ਸਾਰੀਆਂ ਹੀ ਮਾਵਾਂ ਮਹਾਨ ਹੈ, ਸਾਰੀਆਂ ਹੀ ਸਤਿਕਾਰਯੋਗ ਨੇ। ਮੈਂ ਵੀ ਮੰਨਦਾ ਤੁਹਾਡੀ ਭਾਸ਼ਾ ਮਹਾਨ ਹੈ, ਸੋਨੇ ਵਰਗੀ ਹੈ, ਪਰ ਜਿਸ ਨੂੰ ਬਹੁਤ ਭੁੱਖ ਲੱਗੀ ਹੋਵੇ, ਜੇ ਉਹ ਬੰਦਾ ਆਖੇ ਸੋਨੇ ਦੇ ਭਾਂਡੇ ਆਉਣਗੇ ਤੇ ਫੇਰ ਮੈਂ ਭੋਜਨ ਕਰਾਂਗਾ। ਕਰ ਹੈ ਜਤਨ ਤੇ ਪੂਜ ਹੈ ਆਸਨਾ। ਜੇ ਇਸ ਢੰਗ ਦੇ ਨਾਲ ਉਹ ਯਤਨ ਵੀ ਕਰਦਾ ਰਹੇ ਤੇ ਭਾਵੇਂ ਉਪਰਾਲਾ ਕਰੇ, ਸੋਨੇ ਦੇ ਭਾਂਡੇ ਜਦੋਂ ਤੱਕ ਆਉਣਗੇ ਉਦੋਂ ਤੱਕ ਉਹ ਬੰਦੇ ਦੇ ਪ੍ਰਾਣ ਨਹੀਂ ਰਹਿਣਗੇ, ਫਿਰ ਕਿਹੜੇ ਭਾਂਡੇ 'ਚ ਭੋਜਨ ਪਾਉਣਾ? ਉਹ ਆਸ ਪੂਰੀ ਨਹੀਂ ਹੋ ਸਕਦੀ। ਪ੍ਰਾਨ ਹਾਨ ਤਬ ਲੋ ਹੋਏ ਜਾਤ। ਉਹਨੇ ਚਿਰ ਤੱਕ ਵਿਚਾਰੇ ਦੇ ਪ੍ਰਾਣ ਹਾਨ ਹੋ ਜਾਣਗੇ, ਮੌਤ ਹੋ ਜਾਏਗੀ। ਬਿਨ ਤਿਸ ਮਿਲੇ ਨਾ ਭੋਜਨ ਖਾਤ। ਕਿਉਂਕਿ ਜਿੰਨਾ ਚਿਰ ਸੋਨੇ ਦੇ ਭਾਂਡੇ ਨਾ ਮਿਲੇ ਉਹਨੇ ਭੋਜਨ ਨਹੀਂ ਕਰਨਾ, ਭੁੱਖਾ ਮਰ ਜਾਏਗਾ ਤੜਪ ਤੜਪ ਕੇ। ਸੋਨੇ ਦੇ ਭਾਂਡੇ ਕਿਤੇ ਆਮ ਲੋਕਾਂ ਦੇ ਘਰਾਂ 'ਚ ਥੋੜ੍ਹੀ ਹੁੰਦੇ। ਕੋਈ ਰਾਜੇ ਮਹਾਰਾਜੇ, ਕੋਈ ਅਮੀਰ ਵਜ਼ੀਰ, ਕੋਈ ਬਹੁਤ ਵੱਡਾ ਕਾਰੋਬਾਰ, ਉਹ ਸੋਨੇ ਦੇ ਭਾਂਡੇ ਰੱਖਦਾ ਹੋਵੇ। ਆਮ ਲੋਕਾਂ ਦੇ ਘਰਾਂ ਵਿੱਚ ਕਿੱਥੇ ਸੋਨੇ ਦੇ ਭਾਂਡੇ ਹੁੰਦੇ ਹਨ। ਦੂਸਰ ਛੁਦਤ ਆਹਾਰ ਨਿਹਾਰਾ। ਔਰ ਇਸ ਤਰ੍ਹਾਂ ਦੇ ਨਾਲ ਇੱਕ ਤਾਂ ਉਹਦੇ ਕੋਲ ਭੋਜਨ ਕੋਈ ਨਹੀਂ, ਦੂਜਾ ਭੁੱਖ ਤੋਂ ਜਿਹੜਾ ਹੈ ਉਹ ਸੁਧਿਤ ਹੈ, ਦੁਖੀ ਹੈ, ਆਹਾਰ ਨਹੀਂ ਕੋਈ ਕਰ ਪਾ ਰਿਹਾ। ਜਿਸ ਕਿਸ ਬਾਸਨ ਸੁਚ ਮਹਿ ਧਾਰਾ। ਇੱਕ ਉਹ ਹੈ ਮਨੁੱਖ ਜਿਹਦੇ ਕੋਲ ਭੁੱਖ ਲੱਗੀ ਹੋਈ ਹੈ ਤੇ ਜਿਹੜਾ ਵੀ ਭਾਂਡਾ ਮਿਲ ਜਾਏ ਉਸੇ ਹੀ ਭਾਂਡੇ ਵਿੱਚ ਪਾ ਕੇ ਉਹ ਭੋਜਨ ਛਕ ਲੈਂਦਾ, ਉਹਨੂੰ ਸਾਫ ਸੁਥਰਾ ਕਰਕੇ। ਕਿਉਂਕਿ ਭਾਂਡਾ ਛਕਣਾ ਨਹੀਂ ਹੁੰਦਾ, ਛਕਣਾ ਭੋਜਨ ਹੁੰਦਾ। ਹੁਣ ਐਸਾ ਤਾਂ ਨਹੀਂ ਜੇ ਕੋਈ ਸੋਨੇ ਦੇ ਭਾਂਡੇ 'ਚ ਖਾਵੇ ਤੇ ਫਿਰ 6 ਮਹੀਨੇ ਉਹਨੂੰ ਭੁੱਖ ਹੀ ਨਾ ਲੱਗੇ, ਤੇ ਜੇ ਕੋਈ ਮਿੱਟੀ ਦੇ ਭਾਂਡੇ 'ਚ ਖਾ ਲਵੇ ਤੇ ਉਹਨੂੰ 5 ਮਿੰਟਾਂ ਬਾਅਦ ਹੀ ਭੁੱਖ ਲੱਗ ਜਾਏ, ਐਸਾ ਤਾਂ ਨਹੀਂ। ਭਾਂਡਾ ਸਿਰਫ ਪਦਾਰਥ ਸੰਭਾਲਣ ਦਾ ਸਾਜ਼ ਹੈ, ਵਰਤਣ ਖਾਣ ਦਾ ਨਹੀਂ ਹੈਗਾ। ਇਸ ਲਈ ਜਿਹੜਾ ਮਨੁੱਖ ਭੋਜਨ ਨਹੀਂ ਕਰ ਪਾ ਰਿਹਾ, ਸੁਧਿਤ ਹੈ ਤੇ ਆਹਾਰ ਨਹੀਂ ਹੈਗਾ ਜਿਸ ਦਾ, ਅਚ ਹੈ ਆਨੰਦ ਹੋਏ ਕਰ ਜੀਵਤ। ਜਿਸ ਕਿਸ ਬਾਸਨ ਸੁਚ ਮਹਿ ਧਾਰਾ। ਕੋਈ ਵੀ ਬਰਤਨ ਉਹਨੂੰ ਮਿਲ ਜਾਏ ਤੇ ਉਹਦੇ ਵਿੱਚ ਪਾ ਕੇ ਭੋਜਨ ਕਰ ਲੈਂਦਾ ਤੇ ਫਿਰ ਇਸ ਢੰਗ ਨਾਲ ਅਚੈ ਆਨੰਦ ਹੋਏ ਕਰ ਜੀਵਤ। ਉਹ ਜਿਉਂਦਾ ਰਹਿੰਦਾ, ਉਹ ਆਨੰਦਿਤ ਹੁੰਦਾ, ਸਵਾਦਿਸ਼ਟ ਭੋਜਨ ਪ੍ਰਾਪਤ ਕਰ ਲੈਂਦਾ। ਭਾਂਡਾ ਭਾਵੇਂ ਕੋਈ ਹੋਵੇ, ਕਈ ਦਫਾ ਭਾਂਡਾ ਨਾ ਹੋਵੇ ਲੋਕੀ ਪੱਤਲਾਂ ਤੇ ਛਕਦੇ ਨੇ, ਰਾਜੋ ਵੀ ਜਾਂਦੇ ਨੇ। ਕਈ ਦਫਾ ਪੱਤਲ ਵੀ ਨਾ ਹੋਵੇ, ਤੇ ਮੈਂ ਤੇ ਦੇਖਿਆ ਸਾਡੇ ਪਿੰਡਾਂ ਵਿੱਚ ਉਹਨਾਂ ਦਿਨਾਂ ਵਿੱਚ ਦਾਲ ਸੰਘਣੀ ਬਣਦੀ ਸੀ ਤੇ ਭਾਂਡਿਆਂ ਦੀ ਜਗ੍ਹਾ ਹੱਥਾਂ ਤੇ ਪ੍ਰਸ਼ਾਦੇ ਦੇ ਦਿੰਦੇ ਸੀ, ਤੇ ਪ੍ਰਸ਼ਾਦਿਆਂ ਤੇ ਹੀ ਦਾਲ ਪਾ ਕੇ ਲੋਕੀ ਛਕ ਲੈਂਦੇ ਸੀ। ਤੇ ਹੁਣ ਜੇ ਬੰਦਾ ਆਖੇ ਜੀ ਪਹਿਲੇ ਸੋਨੇ ਦੇ ਭਾਂਡੇ ਲਿਆਓ, ਫਿਰ ਉਹਦੇ ਵਿੱਚ ਦਾਲ ਬਣਾਓ, ਫਿਰ ਉਹਦੇ ਵਿੱਚ ਦਾਲ ਪਾਓ, ਫਿਰ ਉਹ ਮੇਰੇ ਅੱਗੇ ਰੱਖੋ ਤੇ ਮੈਂ ਫੇਰ ਖਾਵਾਂਗਾ, ਤੇ ਗਰੀਬ ਵਿਚਾਰਾ ਕਿੱਥੋਂ ਲਿਆਏਗਾ ਤੇ ਕਿੱਥੋਂ ਖਾਏਗਾ? ਤੇ ਸਿੱਧਾ ਕਾਲ ਦਾ ਅਜਗਰ ਉਹਨੂੰ ਖਾ ਜਾਏਗਾ। ਇਸ ਲਈ ਭਾਂਡੇ ਮਹਾਨ ਹਨ, ਪਰ ਲੋੜ ਤੇ ਜੋ ਮਿਲ ਜਾਏ ਉਹੀ ਮਹਾਨ ਹੁੰਦਾ ਹੈ। ਸਰਬ ਭਾਂਤ ਕੋ ਸਮਰੱਥ ਥੀਵਤ। ਇਸ ਤਰ੍ਹਾਂ ਦੇ ਨਾਲ ਨਾਲੇ ਸਵਾਦ ਮਾਣੇਗਾ, ਨਾਲੇ ਜਿਉਂਦਾ ਰਹੇਗਾ, ਤੇ ਹਰ ਤਰ੍ਹਾਂ ਨਾਲ ਉਹ ਸਮਰੱਥ ਰਹੇਗਾ। ਮਹਾ ਜਤਨ ਤੇ ਲਹਿ ਸੁਰਬਾਨੀ। ਬੜੇ ਯਤਨ ਕਰਕੇ, ਸੰਸਕ੍ਰਿਤ ਮਹਿੰਗੀ ਭਾਸ਼ਾ ਹੈ ਜਿਹਨੂੰ ਤੁਸੀਂ ਸੁਰਬਾਣੀ ਕਹਿੰਦੇ ਹੋ, ਇਹ ਕੋਈ ਸਿੱਖ ਸਕਦਾ, ਮੂੰਹ ਤੇ ਨਹੀਂ ਚੜ੍ਹਦੀ ਸੌਖੀ। ਹੁਣ ਹੰਕਾਰ ਹੋਤ ਉਰ ਆਨੀ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਨੇ, ਤੇ ਫਿਰ ਜੇ ਸੰਸਕ੍ਰਿਤ ਸਿੱਖ ਕੇ ਵੀ ਹੰਕਾਰ ਆ ਜਾਏ। ਐ ਮੈਂ ਬਹੁਤ ਦੇਖਿਆ, ਕਿਸੇ ਨੂੰ 4 ਅੱਖਰ ਅੰਗਰੇਜ਼ੀ ਦੇ ਆ ਜਾਣ ਨਾ ਤੇ ਫਿਰ ਬੜਾ ਹੰਕਾਰ ਨਾਲ ਭਰ ਜਾ, ਬਈ ਇਹ ਜਿਹੜਾ ਹੈਗਾ ਹੈ ਇਹ ਮੇਰੇ ਵਰਗਾ ਹੁਣ ਵਿਦਵਾਨ ਹੀ ਕੋਈ ਨਹੀਂ, ਮੈਂ ਤੇ ਅੰਗਰੇਜ਼ੀ ਪੜ੍ਹ ਲਈ ਹੈ। ਉਹ ਪੁਰਖਾ ਅੰਗਰੇਜ਼ੀ ਪੜ੍ਹ ਲਈ ਕਿ ਸਰਾਪਾ ਗਲ ਪਾ ਲਿਆ, ਤੂੰ ਹੰਕਾਰ ਨਾਲ ਭਰ ਗਿਆ। ਭਾਸ਼ਾ ਕੋਈ ਵੀ ਹੋਵੇ, ਸਨਮਾਨ ਆਵੇ ਤੇ ਮਹਾਨ ਹੈ, ਤੇ ਜੇ ਅਭਿਮਾਨ ਆਵੇ ਤੇ ਫਿਰ ਨਰਕ ਸਮਾਨ ਹੈ। ਫਿਰ ਕਾਹਦੀ ਭਾਸ਼ਾ?
ਆਖਣ ਲੱਗੇ ਇਸ ਤਰ੍ਹਾਂ ਪੜ੍ਹ ਕੇ ਲਿਖ ਕੇ ਜੇ ਹੰਕਾਰ ਹੋ ਜਾਵੇ, ਸੋਈ ਭਗਤ ਗਿਆਨ ਵਿੱਚ ਭਾਖਾ। ਔਰ ਜਿਹੜਾ ਸੋਈ ਮਤਲਬ ਸੋਭਾ ਵਾਲਾ ਗਿਆਨ ਜਿਹੜਾ ਹੈ ਉਹ ਭਾਖਾ ਵਿੱਚ ਸਰਲ ਭਾਸ਼ਾ 'ਚ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਜਿਸ ਕੋ ਮੁਕਤ ਹੋਣ ਅਬਲਾਖਾ। ਤੇ ਜਿਸ ਨੂੰ ਵੀ ਮੁਕਤ ਹੋਣ ਦੀ ਇੱਛਾ ਹੋਵੇ ਨਾ, ਜਿਹੜਾ ਦੁੱਖਾਂ ਤੋਂ, ਬਾਰ-ਬਾਰ ਦੇ ਜੰਮਣ ਮਰਨ ਤੋਂ, ਵੈਰ ਵਿਰੋਧ ਤੋਂ, ਈਰਖਾ ਤੋਂ, ਅਭਿਮਾਨ ਤੋਂ, ਦੁਰਗੁਣਾਂ ਤੋਂ ਜਿਹੜਾ ਮੁਕਤ ਹੋਣ ਦੀ ਇੱਛਾ ਰੱਖਦਾ ਹੋਵੇ, ਗੁਰਮਤਿ ਪਾਏ ਸੋ ਹੋਏ ਨਿਹਾਲ। ਉਹ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਗੁਰੂ ਮਤ ਪ੍ਰਾਪਤ ਕਰਕੇ ਤੇ ਨਿਹਾਲ ਹੋ ਜਾਂਦਾ, ਆਨੰਦਿਤ ਹੋ ਜਾਂਦਾ ਹੈ। ਬ੍ਰਹਮ ਗਿਆਨ ਅਰ ਕ੍ਰਿਤ ਸਮਚਾਲ। ਔਰ ਇਸ ਤਰ੍ਹਾਂ ਦੇ ਨਾਲ ਆਖਣ ਲੱਗੇ ਜਿਹੜਾ ਬ੍ਰਹਮ ਗਿਆਨ ਹੈ, ਪਾਰ ਬ੍ਰਹਮ ਪਰਮੇਸ਼ਰ ਵੱਲੋਂ ਮਿਲਿਆ ਹੋਇਆ ਗਿਆਨ, ਉਹ ਤਾਂ ਇੱਕੋ ਜਿਹੀ ਰੀਤ ਹੈ ਜਿਵੇਂ ਘਿਓ ਹੈ ਤੇ ਬ੍ਰਹਮ ਗਿਆਨ, ਘਿਓ ਵਰਗਾ ਉਹਨਾਂ ਨੇ ਆਖਿਆ ਹੈ। ਹਾਂਜੀ, ਜਿਸ ਕਿਸ ਬਾਸਨ ਰਹਿ ਪੁਨੀਤ। ਜਿਵੇਂ ਘਿਓ ਜਿਹੜਾ ਜਿਹੜੇ ਵੀ ਭਾਂਡੇ 'ਚ ਪਾ ਦਈਏ, ਮਿੱਟੀ ਦੇ ਭਾਂਡੇ 'ਚ ਵੀ ਪਾ ਦਈਏ ਤੇ ਉਹ ਮਿੱਟੀ ਵਰਗਾ ਨਹੀਂ ਹੋ ਜਾਂਦਾ, ਉਹ ਪੁਨੀਤ ਰਹਿੰਦਾ। ਘੇ ਪਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਣ ਮੈਂ ਹੋਏ। ਐਸੇ ਤਰ੍ਹਾਂ ਬ੍ਰਹਮ ਗਿਆਨ ਜਿਹੜਾ ਹੈ ਉਹ ਕਿਸੇ ਹਿਰਦੇ 'ਚ ਵੀ ਪ੍ਰਗਟ ਹੋ ਜਾਏ, ਮਹਾਨ ਹੈ, ਪੂਜਨੀਕ ਹੈ, ਪਵਿੱਤਰ ਹੈ। ਰਵਿਦਾਸ ਜੀਆਂ ਦੇ ਹਿਰਦੇ 'ਚ ਪ੍ਰਗਟ ਹੋਇਆ ਤੇ ਜਗਤ ਨੇ ਸਜਦਾ ਕੀਤਾ, ਅੱਜ ਵੀ ਸਜਦਾ ਹੋ ਰਿਹਾ। ਸਧਨਾ ਜੀ ਕਸਾਬ ਦੀ ਕਿਰਤ ਕਰਦੇ ਨੇ, ਉਹਨਾਂ ਦੇ ਹਿਰਦੇ 'ਚ ਬ੍ਰਹਮ ਗਿਆਨ ਦਾ ਸੋਮਾ ਸਫੁੱਟਿਤ ਹੋਇਆ, ਜਗਤ ਸਜਦਾ ਕਰਦਾ ਹੈ। ਇਸ ਤਰ੍ਹਾਂ ਇਹ ਕਿਧਰੇ ਵੀ ਹੋਵੇ ਮਹਾਨ ਹੁੰਦਾ ਹੈ। ਹਾਂਜੀ, ਅੰਗੀਕਾਰ ਹੈ ਸਭ ਤਰ ਪ੍ਰੀਤ। ਔਰ ਇਸ ਤਰ੍ਹਾਂ ਦੇ ਨਾਲ ਸਾਰੇ ਉਸ ਨੂੰ ਅੰਗੀਕਾਰ ਪ੍ਰਵਾਨ ਕਰਦੇ ਨੇ ਪ੍ਰੀਤ ਸਹਿਤ। ਤਿਮ ਕਿਸ ਜਾਤ ਬਰਨ ਕਿਸ ਹੋਤ। ਇਸ ਤਰ੍ਹਾਂ ਭਾਵੇਂ ਕਿਸੇ ਜਾਤ ਵਿੱਚ, ਕਿਸੇ ਵਰਨ ਵਿੱਚ ਬ੍ਰਹਮ ਗਿਆਨੀ ਪੈਦਾ ਹੋਵੇ, ਬ੍ਰਹਮ ਗਿਆਨ ਲਹਿ ਬੁੱਧਿ ਸਭ ਕੋਏ। ਉਸ ਕੋਲੋਂ ਹਰ ਇੱਕ ਬੰਦਾ ਬ੍ਰਹਮ ਗਿਆਨ ਪ੍ਰਾਪਤ ਕਰਦਾ, ਬੁੱਧੀਮਾਨ ਹੁੰਦਾ ਹੈ। ਸੁਰ ਬਾਣੀ ਤੁਮ ਪ੍ਰਥਮ ਵਿਚਾਰੋ। ਤੁਸੀਂ ਪਹਿਲੇ ਦੇਵ ਬਾਣੀ ਵਿਚਾਰਦੇ ਹੋ, ਉਹ ਆਪਣੀ ਭਾਸ਼ਾ ਨੂੰ ਪੜ੍ਹਦੇ ਹੋ। ਹੁਣ ਭਾਖਾ ਮਹਿ ਅਰਥ ਉਚਾਰੋ। ਇਹ ਪੰਡਤ ਜੀ ਫਿਰ ਅਰਥ ਤਾਂ ਉਹਦੇ ਸਰਲ ਭਾਸ਼ਾ 'ਚ ਹੀ ਕਰਦੇ ਹੋ, ਕਿਉਂਕਿ ਉਹ ਸਭ ਨੂੰ ਸਮਝ ਨਹੀਂ ਪੈਂਦੀ। ਹਾਂਜੀ, ਇਸ ਤਰ੍ਹਾਂ ਵਿਚਾਰ ਚੱਲ ਰਹੀ ਹੈ। ਬਾਕੀ ਦੀ ਵਿਚਾਰ ਹੁਣ ਵਕਤ ਦਾ ਤਕਾਜ਼ਾ ਹੈ, ਕੱਲ੍ਹ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਸਤਿਗੁਰੂ ਮਿਹਰਾਂ ਕਰ ਦੇਵਣ, ਕਿਸੇ ਦੀ ਵੀ ਭਾਸ਼ਾ ਦਾ ਸਾਡੇ ਕੋਲੋਂ ਅਪਮਾਨ ਨਾ ਹੋਵੇ, ਕਿਸੇ ਵੀ ਮਨੁੱਖ ਦਾ ਅਪਮਾਨ ਨਾ ਹੋਵੇ। ਸਭ ਨੂੰ ਸਨਮਾਨ ਦੇਵੀਏ ਤੇ ਸਨਮਾਨ ਨਾਲ ਜੀਵੀਏ। ਐਸੀ ਗੁਰੂ ਪਾਤਸ਼ਾਹ ਸਭ ਨੂੰ ਜੀਵਨ ਜੁਗਤ ਪ੍ਰਦਾਨ ਕਰ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਮਹਾਰਾਜ ਮਿਹਰਾਂ ਕਰ ਦੇਵਣ। ਇੱਕ ਦੋ ਬੇਨਤੀਆਂ ਹਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧ ਵੱਲੋਂ, ਕਿਉਂਕਿ ਇਸ ਵੇਲੇ ਲੋਕਡਾਊਨ ਦਾ ਸਮਾਂ ਚੱਲ ਰਿਹਾ, ਵਿਚਾਰੇ ਮਜ਼ਦੂਰ ਲੋੜਵੰਦ ਬਹੁਤ ਨੇ, ਬਹੁਤ ਨੇ, ਕੁਲੀਆਂ ਵਿੱਚ ਰਹਿੰਦੇ ਨੇ, ਖਾਣ ਪੀਣ ਨੂੰ ਕੁਛ ਨਹੀਂ। ਬਿਮਾਰੀ ਨਾਲ ਤਾਂ ਮੌਤ ਤੋਂ ਸ਼ਾਇਦ ਬਚ ਜਾਣ, ਪਰ ਇਹ ਭੁੱਖ ਦੀ ਬਿਮਾਰੀ ਤੋਂ ਕਿਵੇਂ ਬਚਿਆ ਜਾਏ, ਉਹਨਾਂ ਵਾਸਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ। ਗੁਰੂ ਕੇ ਬਾਗ ਵਿੱਚ ਰੋਜ਼ ਲੰਗਰ ਤਿਆਰ ਹੁੰਦਾ, ਔਰ ਉਹਨਾਂ ਨੂੰ ਗੱਡੀਆਂ 'ਤੇ ਰੱਖ ਕੇ ਤੇ ਜਗ੍ਹਾ ਜਗ੍ਹਾ ਪਿੰਡਾਂ ਵਿੱਚ ਪਹੁੰਚ ਕੇ ਲੋੜਵੰਦਾਂ ਨੂੰ ਵੰਡਿਆ ਜਾਂਦਾ। ਔਰ ਉਹ ਇਤਨੇ ਖੁਸ਼ ਹੋ ਜਾਂਦੇ ਨੇ, ਕਈ ਤੇ ਇਹ ਹੀ ਕਹਿਣ ਲੱਗ ਪੈਂਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ ਨੇ ਲੰਗਰ ਦੇਣ ਵਾਸਤੇ। ਹੈ ਵੀ ਇਸ ਤਰ੍ਹਾਂ ਹੀ, ਗੁਰੂ ਦਾ ਲੰਗਰ ਤੇ ਗੁਰੂ ਹੀ ਦੇ ਸਕਦਾ। ਉਸ ਲਈ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਗਈਆਂ ਹਨ ਬਈ ਤੁਸੀਂ ਆਪਣੀ ਮਾਇਆ ਸਫਲ ਕਰੋ। ਕਣਕਾਂ ਦੀ ਸੇਵਾ ਲਈ ਬੇਨਤੀਆਂ ਕੀਤੀਆਂ ਗਈਆਂ। ਮਹਾਰਾਜ ਦੀ ਮਿਹਰ ਨਾਲ ਸੰਗਤਾਂ ਸੇਵਾ ਕਰਦੀਆਂ ਪਈਆਂ। ਹੋਰ ਵੀ ਲੋੜ ਹੈ, ਹੋਰ ਜ਼ਿਆਦਾ ਤੋਂ ਜ਼ਿਆਦਾ
ਆਪਣੀ ਸਮਰੱਥਾ, ਆਪਣਾ ਦਸਵੰਧ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰੋ। ਨੰਬਰ ਸਕਰੀਨ ਤੇ ਚੱਲਦੇ ਹਨ, ਨਾਲ ਨਾਲ ਆਪ ਨੋਟ ਕਰ ਸਕਦੇ ਹੋ। ਔਰ ਉਸ ਦੀ ਜਿਹੜੀ ਸਲਿੱਪ ਹੋਵੇ ਬੈਂਕ ਦੀ, ਉਹ ਦਾਸ ਦੇ ਟੈਲੀਫੋਨ ਨੰਬਰ 'ਤੇ ਭੇਜ ਸਕਦੇ ਹੋ, ਤਾਂ ਕਿ ਉਹ ਅਸੀਂ ਰਸੀਦਾਂ ਬਣਵਾ ਸਕੀਏ ਤੇ ਆਪ ਤੱਕ ਪਹੁੰਚ ਜਾਣ। 2 ਮਿੰਟ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦਾ ਜਾਪ ਕਰੀਏ ਤੇ ਜਗਤ ਜਲੰਦੇ ਦੇ ਰਾਖੀ ਲਈ ਮਹਾਰਾਜ ਦੇ ਚਰਨਾਂ 'ਚ ਪ੍ਰਾਰਥਨਾ ਕਰੀਏ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।